ਸ੍ਰੀ ਵਾਹਿਗੁਰੂ ਜੀ। ਹੁਕਮੀ ਹੋਵਨ ਆਕਾਰ, ਹੁਕਮ ਨ ਕਹਿਆ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਜਿਸ ਪ੍ਰਕਾਰ ਦੂਸਰੀ ਪੌੜੀ ਦੇ ਵਿੱਚ ਵਿਚਾਰ ਸਤਿਗੁਰੂ ਜੀ ਕਿਰਪਾ ਕਰਦੇ ਨੇ, ਆਓ ਮਨ ਵਿੱਚ ਇਕਾਗਰ ਕਰਕੇ ਸੁਣੋ ਜੀ। ਸ੍ਰੀ ਵਾਹਿਗੁਰੂ ਜੀ। ਹੁਕਮੀ ਹੋਵਨ ਆਕਾਰ, ਹੁਕਮ ਨ ਕਹਿਆ ਜਾਈ। ਮਹਾਰਾਜ ਸਾਹਿਬ ਜੀ ਨੇ ਇੱਥੇ ਕਥਨ ਕੀਤਾ ਜੋ ਪਿੱਛੇ ਵਿਚਾਰ ਆਈ। ਸਿੱਧਾਂ ਨੂੰ ਇਹ ਤਾਂ ਤਸੱਲੀ ਹੋ ਗਈ ਵੀ ਕੋਈ ਇਹੋ ਜਿਹਾ ਪ੍ਰਸ਼ਨ ਹੈ ਨਹੀਂ ਜਿਹੜਾ ਇਹਦਾ ਉੱਤਰ ਨਹੀਂ ਦੇ ਸਕਦੇ। ਪਿਛਲਿਆਂ ਪ੍ਰਸ਼ਨਾਂ ਦੀ ਵਿਚਾਰ ਨੂੰ ਲੈ ਕੇ ਕਹਿੰਦੇ ਗੁਰੂ ਨਾਨਕ ਸਾਹਿਬ ਨੂੰ ਕਿ ਜੀ ਤੁਸੀਂ ਪਿੱਛੇ ਦੱਸਿਆ ਸੀ ਸਰੀਰ ਦੀ ਪਵਿੱਤਰਤਾ, ਬਾਣੀ ਦਾ ਮੌਨ, ਵਰਤ, ਸ਼ਾਸਤਰਾਂ ਦੀਆਂ ਸਿਆਣਪਾਂ, ਇਹ ਸਾਡਾ ਪ੍ਰਸ਼ਨ ਸੀ ਕਿ ਇਹਨਾਂ ਨਾਲ ਮਿਲਦਾ ਹੈ। ਤੁਸੀਂ ਇਹ ਸਿੱਧ ਕਰਤਾ ਵੀ ਇਹਨਾਂ ਨਾਲ ਨਹੀਂ ਮਿਲਦਾ। ਅਤੇ ਫਿਰ ਤੁਸੀਂ ਪਰਮੇਸ਼ਰ ਮਿਲਦਾ ਕਿਵੇਂ ਹੈ, ਅਤੇ ਉਹਦੇ 'ਚ ਫਿਰ ਹੁਕਮੀ ਦਾ ਜ਼ਿਕਰ ਕੀਤਾ ਹੈ ਵੀ ਜੇ ਵਾਹਿਗੁਰੂ ਦੀ ਰਜ਼ਾ ਵਿੱਚ ਆ ਜਾਏ, ਉਹਦੇ ਭਾਣੇ ਵਿੱਚ ਆ ਜਾਏ, ਅਤੇ ਫਿਰ ਉਹ ਪਰਮੇਸ਼ਰ ਵਾਹਿਗੁਰੂ ਮਿਲਦਾ ਹੈ। ਤੋਂ ਫਿਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ, ਗਰੀਬਨਵਾਜ ਸਤਿਗੁਰੂ ਨੇ ਕਿਰਪਾ ਕੀਤੀ, ਉੱਤਰ ਦੇਣ ਲੱਗੇ। ਅਤੇ ਉਹ ਕਹਿਣ ਲੱਗੇ ਵੀ ਤੁਸੀਂ ਵੀ ਜਿਹਦਾ ਹੁਕਮੀ ਦਾ ਹੁਕਮ, ਇਹ ਦੋ ਚੀਜ਼ਾਂ ਕਹੀਆਂ ਨੇ, ਵੀ ਤੁਸੀਂ ਫਿਰ ਹੁਕਮ ਦਾ ਕੁਛ ਕਥਨ ਕਰੋ, ਉਹਦੀ ਆਗਿਆ ਦਾ ਕੁਛ ਕਥਨ ਕਰੋ। ਸਿੱਧਾਂ ਦੇ ਮਨ 'ਚ ਚਲਾਕੀ ਹੈ ਵੀ ਜੇ ਜਦੋਂ ਇਹ ਤੇ ਹੁਕਮੀ ਦੇ ਹੁਕਮ ਦੀ ਗੱਲ ਕਰਨਗੇ ਅਤੇ ਹੁਕਮੀ ਦੀ ਗੱਲ ਆਪ ਹੀ ਉਹਦੇ ਵਿੱਚ ਆ ਜਾਊਗੀ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਜਿਹੜਾ ਹੁਕਮੀ ਹੈ ਔਰ ਹੁਕਮੀ ਤਾਂ ਦੋਨੇ ਹੀ ਕਥਨ, ਕਥਨੀ ਦਾ ਤਾਂ ਵਿਸ਼ਾ ਹੈ ਨਹੀਂ ਇਹ। ਤੋ ਇਹ ਵਿਚਾਰ ਤੇ ਫਿਰ ਇਹ ਪੌੜੀ ਜਿਹੜੀ ਹੈ ਆਰੰਭ ਹੁੰਦੀ ਹੈ। ਸੋ ਮਹਾਰਾਜ ਕਹਿੰਦੇ ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਅਤੇ ਇਹ ਜਿਹੜੀ ਸ਼ੁਰੂਆਤ ਹੈ, ਅਤੇ ਇਹਦੇ ਵਿੱਚ ਹੀ ਮਹਾਰਾਜ ਸਾਹਿਬ ਜੀ ਨੇ ਕੁਝ ਇਹੋ ਜਿਹੇ ਢੰਗ ਨਾਲ ਇਹਨੂੰ ਸਮਝਾਉਣਾ ਕੀਤਾ ਹੈ। ਅੱਧੀ ਤੁਕ ਦੇ 'ਚ 99 ਲੱਗਦੇ ਹੈ, ਸਿਰਫ ਅੱਧੀ 'ਚ। ਅਰਥ ਜਿਹੜਾ ਹੈ ਜਿੱਥੋਂ ਸ਼ੁਰੂ ਹੁੰਦਾ ਹੈ ਸਿੱਧੋ ਹੁਕਮਨਾਮਾ ਆਗਿਆ ਦਾ। ਆਗਿਆ ਕਰਨ ਵਾਲਾ ਪਰਮੇਸ਼ਰ ਦਾ ਕਹਿਆ ਅਤੇ ਹੁਕਮ, ਅਤੇ ਅੱਧੀ ਪੰਕਤੀ ਨੂੰ ਹੁਕਮ ਨਾ ਕਹਿਆ ਜਾਏ। ਹੁਕਮ ਤੇ ਅਰਥ ਸ਼ੁਰੂ ਹੁੰਦਾ ਇਹਦਾ, ਹੁਕਮ, ਆਗਿਆ ਕਰਨ ਵਾਲਾ ਪਰਮੇਸ਼ਰ ਜਿਹੜਾ ਹੈ ਨਾ, ਅਤੇ ਉਹ ਕਹਿਆ ਕਿ ਇਹ ਕਥਨ ਉਹ ਨਹੀਂ ਕੀਤਾ ਜਾ ਸਕਦਾ। ਕਹਿਆ ਨਾ ਜਾਈ, ਕਿਹਾ ਨਹੀਂ ਜਾ ਸਕਦਾ, ਕਿਉਂਕਿ ਇਹ ਕਥ ਹੈ, ਕਥਨੀ ਦਾ ਵਿਸ਼ਾ ਨਹੀਂ। ਅਤੇ ਸਿੱਧਾਂ ਨੇ ਫਿਰ ਕਿਹਾ, ਕਹਿੰਦੇ ਜੀ ਫਿਰ ਹੁਕਮੀ ਅਤੇ ਹੁਕਮ ਦੋਨੇ ਤੁਸੀਂ ਕਥ ਕਹਿ ਦਿੱਤੇ ਨਾ, ਜਿੰਨਾ ਕੁ ਹੋ ਸਕਦਾ ਉਨਾ ਕੁ ਸਮਝਾ ਦਿਓ ਸਾਨੂੰ, ਕੁਛ ਤਾਂ ਸਮਝਾਓ। ਤਾਂ ਮਹਾਰਾਜ ਸਾਹਿਬ ਜੀ ਨੇ ਫਿਰ ਜਿਹੜੀਆਂ ਬਾਕੀ ਦੀਆਂ ਅੱਧੀਆਂ ਤੁਕਾਂ 99 ਆ ਨਾ ਇਹ, ਅਤੇ ਫਿਰ ਆਕਾਰ ਤੋਂ ਆਕਾਰ ਪਦ ਹੈ। ਹੁਣ ਇਹਦਾ ਅਰਥ ਅੱਧੀ ਤੁਕ ਦੇ ਹੋ ਗਏ, ਹੁਕਮ ਨਾ ਕਹਿਆ ਜਾਈ, ਉਹ ਨਹੀਂ ਕਿਹਾ ਨਹੀਂ ਜਾ ਸਕਦਾ। ਆਕਾਰ ਜਿਹੜਾ ਹੈ, ਇੱਕ ਤਾਂ ਜਦੋਂ ਵੀ ਪਾਠ ਕਰਨਾ ਹੈ ਕੰਨਾ ਰਹਿ ਨਾ ਜਾਏ, ਆਕਾਰ ਨਾ ਸ਼ਬਦ ਨਿਕਲੇ ਆਪਣੀ ਰਸਨਾ ਤੋਂ। ਆਕਾਰ ਬਹੁਤਿਆਂ ਦੇ ਕੋਲੋਂ ਆਕਾਰ ਨਿਕਲਦਾ, ਅਤੇ ਆੜੇ ਨੂੰ ਕੰਨਾ ਆ, ਅਤੇ ਕੱਕੇ ਨੂੰ ਕੰਨਾ ਕਾ ਰ। ਆੜਾ ਜਿਹੜਾ ਹੈ ਅੰਤਰਜਾਮੀ ਦਾ ਵਾਚਕ ਹੈ। ਅੰਤਰਜਾਮੀ ਜਾਣਨ ਵਾਲਾ, ਜਿਹੜਾ ਸਾਰਿਆਂ ਦੀ ਪੱਥਰਾਂ ਦੇ ਵਿੱਚ ਕੀੜਿਆਂ ਦੀ ਵੀ ਜਾਣਕਾਰੀ ਰੱਖਦਾ ਹੈ ਕਿ ਇਹਨੂੰ ਰੋਜੀ ਦੇਣੀ ਹੈ, ਉਹ ਕੌਣ ਹੈ? ਵਿਸ਼ਨੂੰ ਦਾ ਵਾਚਕ ਆ ਗਿਆ। ਆੜਾ ਵਿਸ਼ਨੂੰ ਦਾ ਵਾਚਕ ਹੈ। ਕਾ ਕਰਤਾ, ਕਾਸ ਦਾ ਕਰਤਾ, ਵਾਹਿਗੁਰੂ ਵੱਲੋਂ ਸ੍ਰਿਸ਼ਟੀ ਸਾਜਣ ਦੀ ਜ਼ਿੰਮੇਵਾਰੀ ਹੈ ਜਿਹਦੀ, ਉਹ ਕੌਣ ਹੈ? ਬ੍ਰਹਮਾ, ਉਹ ਬ੍ਰਹਮਾ ਹੈ। ਅਤੇ ਪਿੱਛੇ ਰਹਿ ਗਿਆ ਰੋ, ਰੋ ਦਾ ਅਰਥ ਹੈ ਰੁਦਰ, ਸ਼ਿਵ ਜੀ।
ਤੇ ਹੁਣ ਮਹਾਰਾਜ ਕਹਿੰਦੇ ਨੇ ਇਹ ਜਿਹੜੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤੇ ਇਹਨਾਂ ਦੀਆਂ ਪੁਰੀਆਂ, ਵਿਸ਼ਨਪੁਰੀ, ਬ੍ਰਹਮਪੁਰੀ, ਸ਼ਿਵਪੁਰੀ, ਤੇ ਉਹਨਾਂ ਦੇ ਪੁਰੀਆਂ ਦੇ ਆਕਾਰ, ਇਹ ਸਾਰਾ ਕੁਝ ਮਹਾਰਾਜ ਸਾਹਿਬ ਜੀ ਕਹਿੰਦੇ ਹੁਕਮੀ ਦੇ ਹੁਕਮ ਵਿੱਚ ਹੋਵਨ ਹੈ। ਇਹ ਵਾਹਿਗੁਰੂ ਦੇ ਹੁਕਮ ਵਿੱਚ ਇਹ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਹੋਏ ਨੇ। ਵਾਹਿਗੁਰੂ ਦੇ ਹੁਕਮ ਵਿੱਚ ਇਹਨਾਂ ਦੀਆਂ ਪੁਰੀਆਂ ਬ੍ਰਹਮਪੁਰੀ, ਵਿਸ਼ਨਪੁਰੀ, ਸ਼ਿਵਪੁਰੀ ਬਣੀਆਂ। ਤੇ ਇਹ ਤੋਂ ਇਲਾਵਾ ਜਿੰਨੇ ਵੀ ਆਕਾਰ ਹੋਂਦ ਵਿੱਚ ਜਿਹੜੀਆਂ ਵਸਤੂਆਂ ਆਈਆਂ ਹੋਈਆਂ ਦਿਸਦੀਆਂ ਨੇ, ਉਹਦੇ ਚਾਰੇ ਖਾਣੀਆਂ ਅੰਡਜ, ਜੇਰਜ, ਸ਼ੇਤਜ, ਉਤਪੁਜ, ਇਹਨਾਂ ਚਾਰੇ ਖਾਣੀਆਂ ਤੋਂ ਬਿਨਾਂ ਦਿਵਯੋਪਾਤ ਖਾਣੀਆਂ। ਦਿਵਯੋਪਾਤ ਖਾਣੀਆਂ ਉਹਨਾਂ ਨੂੰ ਕਹਿੰਦੇ ਆ ਜਿਨ੍ਹਾਂ ਤੇ ਦੇਵਤਿਆਂ ਦੀਆਂ ਦੇਹਾਂ ਬਣਦੀਆਂ। ਦੇਵਤਿਆਂ ਦੀਆਂ ਖਾਣੀਆਂ ਜਿਹੜੀਆਂ ਚਾਰ ਖਾਣੀਆਂ ਤੋਂ ਅਲੱਗ ਨੇ। ਇਸ ਕਰਕੇ ਸਤਿਗੁਰਾਂ ਨੇ ਤਾਂ ਬਚਨ ਕੇ ਕੀਤੀਆਂ ਖਾਣੀ, ਕੇਤੀਆਂ ਬਾਣੀ, ਇਹ ਤਾਂ ਹੀ ਸ਼ਬਦ ਗਏ। ਤੋ ਇਸ ਕਰਕੇ ਸੂਖਮ ਸਰੀਰ ਜਿਹੜੇ ਦੇਵਤਿਆਂ ਦੇ ਨੇ, ਬ੍ਰਹਮਾ ਆਦਿ, ਅਤੇ ਅਸੂਲ ਸ੍ਰਿਸ਼ਟੀ ਜਿੰਨੇ ਵੀ ਆਕਾਰ ਹੈ, ਇਹ ਸਭ ਕੁਛ ਉਸ ਵਾਹਿਗੁਰੂ ਦੇ ਹੁਕਮ ਵਿੱਚ ਹਨ। ਤੇ ਇਹ ਸ਼ਬਦ ਜਦੋਂ ਮਹਾਰਾਜ ਸਾਹਿਬ ਨੇ ਕਹੇ, ਤੇ ਹੁਣ ਇਸੇ ਗੱਲ ਦੀ ਪੁਸ਼ਟੀ ਕਰਦੇ ਹੋਏ, ਹੁਕਮ ਦਾ ਹੀ ਕਥਨ ਕਰਦੇ ਹੋਏ ਸੁਣਾਉਂਦੇ ਹਨ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਏ। ਹੁਕਮੀ ਵਾਹਿਗੁਰੂ ਦੇ ਹੁਕਮ ਦੁਆਰਾ ਹੀ ਸਾਰੇ ਪ੍ਰਕਾਰ ਦੇ ਸੂਖਮ, ਅਸਥੂਲ, ਜੀ ਜੰਤ ਤੇਰੇ ਧਾਰੇ, ਸੂਖਮ ਤੇ ਅਸੂਲ, ਇਹ ਪੈਦਾ ਹੋਵਨ ਹੁੰਦੇ ਨੇ। ਉਹਦੇ ਹੁਕਮ ਦੇ ਨਾਲ ਹੀ ਜੀਵਾਂ ਨੂੰ ਵਡਿਆਈ ਦਾ ਮਤਲਬ ਹੈ ਸੋਭਾ। ਜੇ ਕਿਸੇ ਨੂੰ ਜਸ ਮਿਲਦਾ ਹੈ, ਸੋਭਾ ਮਿਲਦੀ ਹੈ, ਵਡਿਆਈ ਮਿਲਦੀ ਹੈ। ਲਿਖ ਦਾਤ ਜੋਤ ਵਡਿਆਈ ਵਾਹਿਗੁਰੂ ਦੇ ਹੁਕਮ ਵਿੱਚ ਮਿਲਦੀ ਹੈ। ਜਦੋਂ ਕਿਸੇ ਨੂੰ ਵਡਿਆਈ ਮਿਲਦੀ ਹੈ, ਦੂਸਰਾ ਈਰਖਾ ਕਰਦਾ ਹੈ, ਇਹਦੀ ਵਡਿਆਈ ਕਿਉਂ ਹੁੰਦੀ ਹੈ? ਉਹ ਪਰਮਾਤਮਾ ਦੇ ਦਰ ਪ੍ਰਵਾਨ ਨੇ। ਕਿਸੇ ਨੂੰ ਮਹਾਰਾਜ ਨੇ ਧਨ ਦਿੱਤਾ, ਦੂਜਾ ਈਰਖਾ ਕਰਦਾ, ਕਿਉਂ ਇਹਦੇ ਕੋਲ ਧਨ ਹੈ? ਪਰਮਾਤਮਾ ਨੂੰ ਇਹ ਪ੍ਰਵਾਨ ਨਹੀਂ ਹੈ। ਉਹ ਕਹਿੰਦਾ ਦੇਣ ਵਾਲਾ ਮੈਂ, ਤੂੰ ਤੀਸਰੇ ਤਾਂ ਫਲੇ ਲੱਥ ਫਸਾਉਣ ਵਾਲਾ ਕੌਣ? ਕਈਆਂ ਨੂੰ ਵਾਹਿਗੁਰੂ ਨੇ ਵਿਦਿਆ ਦੀ ਦਾਤ ਦਿੱਤੀ ਹੈ, ਤੇ ਦੂਸਰੇ ਉਹਦੇ ਨਾਲ ਵੀ ਇਹ ਮੇਰੇ ਨਾਲੋਂ ਜ਼ਿਆਦਾ ਵਿਦਿਆ ਕਿਉਂ ਪੜ੍ਹ ਗਿਆ? ਈਰਖਾ ਸਾਰੇ ਥਾਂ 'ਤੇ ਹੋ ਜਾਂਦੀ। ਪਰ ਪਰਮਾਤਮਾ ਨੂੰ ਫਿਰ ਇਹ ਪ੍ਰਵਾਨ ਨਹੀਂ, ਕਿਉਂਕਿ ਵਾਹਿਗੁਰੂ ਦੇ ਹੁਕਮ ਵਿੱਚ ਮਿਲੀ ਹੋਈ ਵਡਿਆਈ, ਵਾਹਿਗੁਰੂ ਦੇ ਹੁਕਮ ਵਿੱਚ ਮਿਲਿਆ ਹੋਇਆ ਧਨ, ਤੇ ਹੁਕਮ ਵਿੱਚ ਮਿਲੀ ਹੋਈ ਵਿਦਿਆ ਦੀ ਦਾਤ, ਇਹ ਕੋਈ ਮੇਟ ਨਹੀਂ ਸਕਦਾ। ਤੇ ਹੁਕਮ ਦੇ ਵਿੱਚ ਹੀ ਸਾਰਿਆਂ ਜੀਵਾਂ ਨੂੰ ਵਡਿਆਈਆਂ ਆਦਿ ਮਿਲਦੀਆਂ ਨੇ। ਤੇ ਇਸ ਤੋਂ ਇਲਾਵਾ ਤੇ ਜੀਵਾਂ ਦੇ ਜਿਹੜੇ ਆਕਾਰ, ਜਿਹੜੇ ਜਿਵੇਂ ਪਿੱਛੇ ਵੀ ਦੱਸਿਆ ਸੀ, ਹੁਕਮੀ ਹੁਣ ਇੱਥੇ ਕਿਹਾ ਜੀਵਨ, ਉੱਥੇ ਆਕਾਰ ਸਰੂਪ ਜਿਵੇਂ ਬਣੇ। ਹੁਕਮੀ ਹੋਵਨ ਜੀ, ਇਹ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਵਿੱਚ ਜੀਵ ਪੈਦਾ ਹੁੰਦੇ ਨੇ। ਮਨੁੱਖਾ ਸਰੀਰ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਵਿੱਚ ਪੈਦਾ ਹੋਇਆ। ਚੇਤਨ ਸੱਤਾ ਦੁਆਰਾ ਮਾਤਾ ਦੇ ਉਦਰ ਵਿੱਚ ਪਰਮੇਸ਼ਰ ਦੇ ਹੁਕਮ ਵਿੱਚ ਹੀ ਆਉਂਦਾ ਨਾ। 6 ਮਹੀਨੇ ਜੀਵ ਦੇ ਅੰਗ ਪ੍ਰਤੰਗ ਬਣਦੇ ਰਹਿੰਦੇ ਨੇ। ਉਸ ਵੇਲੇ ਜੀਵ ਨੂੰ ਪਿਛਲੇ 100 ਜਨਮਾਂ ਦਾ ਗਿਆਨ ਹੁੰਦਾ ਹੈ। ਪਰਾਬਾਣੀ ਦੁਆਰਾ ਪਰਮੇਸ਼ਰ ਦਾ ਜਾਪ ਕਰਦਾ ਰਹਿੰਦਾ ਹੈ, ਜਿਸ ਕਰਕੇ ਗਰਭ ਦੀ ਜਿਹੜੀ ਅਗਨੀ ਆ ਉਹਨੂੰ ਸਾੜ ਨਹੀਂ ਸਕਦੀ। ਇਹਦਾ ਸਬੂਤ ਜੇ ਕੋਈ ਕਹੇ ਵੀ ਇਹ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਇਹਦਾ ਪ੍ਰਮਾਣ ਹੈ ਕੋਈ, ਹਾਂ, ਇਹਦਾ ਪ੍ਰਮਾਣ ਗੁਰਬਾਣੀ 'ਚੋਂ ਹੈ। ਜੈਸੇ ਜਨਨ ਜਠਰ ਮਹਿ ਪ੍ਰਾਨੀ, ਉਹ ਰਹਿਤਾ ਨਾਮ ਆਧਾਰ। ਆਨੰਦ ਕਰੈ ਸਾਸ ਸਾਸ ਮਾਰੈ, ਨਾ ਪੋਹੈ ਅਗਨਾਰ। ਇਹ ਸਪਸ਼ਟ ਕਰ ਦਿੱਤੀ ਮਹਾਰਾਜ ਨੇ। ਤੋ ਇਸ ਕਰਕੇ ਹੁਕਮੀ ਜਿਹੜਾ ਪਰਮਾਤਮਾ ਹੈ, ਉਹਦੇ ਹੁਕਮ ਦੇ ਵਿੱਚ ਹੀ ਜਦੋਂ ਸਰੀਰ ਤਿਆਰ ਹੋ ਜਾਂਦਾ ਹੈ, ਉਹਦੇ 'ਚ ਜੀ, ਇੱਥੇ ਜੱਜੇ ਨੂੰ ਕੱਲਾ ਐੜਾ ਲੱਗਿਆ, ਆੜੇ ਨੂੰ ਕੰਨਾ ਨਹੀਂ ਹੈ। ਹੁਣ ਜੇ ਤਾਂ ਕਹਿੰਦਾ ਜੀਆ, ਤਾਂ ਫਿਰ ਮਾਤਰਾ ਕੋਲੋਂ ਲਾ ਦਿੱਤੀ। ਜੇ ਇਕੱਲਾ ਕਹਿੰਦਾ ਜੀ, ਤਾਂ ਐੜਾ ਲੋਪ ਹੋ ਗਿਆ। ਹੁਣ ਕਹਿਣਾ ਕੀ ਹੈ? ਇਹ ਕੁੰਡੀਆਂ ਨੇ ਜਿਹੜੀਆਂ ਸੂਈਆਂ, ਉਹਨੂੰ ਜਿਵੇਂ ਭਾਈ ਸਾਹਿਬ ਨੇ ਬੋਲਿਆ, ਹੁਕਮੀ ਹੋਵਨ ਜੀ, ਆੜਾ ਵੀ ਬੋਲਿਆ ਗਿਆ, ਕੰਨਾ ਵੀ ਨਹੀਂ ਲੱਗਿਆ।
ਤੋ ਇਸ ਕਰਕੇ ਜਿਹੜੇ ਜੀਵਨ ਇਹ ਮਨੁੱਖਾ ਸਰੀਰ ਤਿਆਰ ਕਰਕੇ ਇਹਦੇ ਵਿੱਚ ਆਪਣੀ ਚੇਤਨ ਸੱਤਾ ਵਾਹਿਗੁਰੂ ਨੇ ਪਾ ਦਿੱਤੀ। ਪਰਮਾਤਮਾ ਦੇ ਹੁਕਮ ਦੇ ਨਾਲ ਪਿਛਲੇ ਨਿਸ਼ਕਾਮ ਕਰਮ ਕੀਤੇ, ਉਹਨਾਂ ਅਨੁਸਾਰ ਫਿਰ ਜਸ ਮਿਲਦਾ ਹੈ, ਵਡਿਆਈ ਮਿਲਦੀ ਹੈ। ਤੇ ਵਾਹਿਗੁਰੂ ਦੇ ਹੁਕਮ ਚੱਲਣ ਦੇ ਨਾਲ ਪੂਰਬਲੇ ਪੁੰਨ ਪ੍ਰਤਾਪ ਕਰਕੇ ਜੀਵ ਨੂੰ ਵਡਿਆਈਆਂ ਮਿਲਦੀਆਂ ਹਨ। ਹੁਕਮੇ ਉਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈਐ। ਹੁਕਮੇ ਪਰਮਾਤਮਾ ਵਾਹਿਗੁਰੂ, ਉਹਦੇ ਹੁਕਮ ਦੇ ਵਿੱਚ ਹੀ ਉੱਤਮ ਹੈ। ਜਿਹੜੇ ਨਿਸ਼ਕਾਮ ਕਰਮ ਕਰਨ ਵਾਲੇ ਨੇ ਉਹ ਉੱਤਮ, ਚੰਗੇ ਨ ਹੋ, ਸ੍ਰੇਸ਼ਟ ਨ ਹੋ। ਉੱਤਮ ਦਾ ਅਰਥ ਹੀ ਸ੍ਰੇਸ਼ਟ ਹੁੰਦਾ। ਨੀਚ ਕੌਣ ਹੈ? ਜੋ ਨਖਿੱਧ ਪਾਪ ਕਰਮ ਕਰਨ ਵਾਲੇ ਨੇ, ਉਹ ਨੀਚ ਨੇ। ਪਰ ਭਾਵੇਂ ਕੋਈ ਕਹਿੰਦੇ ਉੱਚੇ ਕਰਮ ਕਰਨ ਵਾਲਾ, ਭਾਵੇਂ ਨੀਚ ਕਰਨ ਵਾਲਾ, ਹੁਕਮ ਤੋਂ ਬਾਹਰ ਨਹੀਂ ਜਾ ਸਕਦੇ। ਚੰਗੇ ਕੰਮ ਕਰਨ ਵਾਲਿਆਂ ਨੂੰ ਵਾਹਿਗੁਰੂ ਆਪਣੇ ਹੁਕਮ ਦੇ ਵਿੱਚ ਉਹਦਾ ਫਲ ਦੇਊਗਾ, ਮਾੜੇ ਕਰਮ ਕਰਨ ਵਾਲੇ ਨੂੰ ਮਾੜਾ ਦਾ ਫਲ ਦੇਊਗਾ। ਇਹ ਹੁਕਮ ਹੈ ਉਹਦਾ। ਤੇ ਹੁਕਮ ਦੇ ਵਿੱਚ ਹੀ ਨੀਚ ਅਤੇ ਉੱਤਮ ਹੁੰਦੇ ਨੇ, ਯਾਨੀ ਉੱਤਮ ਤੋਂ ਨੀਚ, ਨੀਚ ਤੋਂ ਉੱਤਮ, ਦੂਜਾ ਅਰਥ ਹੈ। ਇਹ ਵੀ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੁੰਦੇ ਨੇ। ਤੇ ਅਥਵਾ ਸ਼ਾਂਤ ਕੀ ਉੱਤਮਨ, ਜਿਨ੍ਹਾਂ ਦੀ ਸਤੋ ਮਿਵਰਤੀ ਹੈ, ਉਹ ਸ੍ਰੇਸ਼ਟ ਨੇ। ਰਾਜਸੀ ਰਜੋਗੁਣ ਬਿਰਤੀ ਵਾਲੇ ਮੱਧਮ, ਤਾਮਸੀ ਕ੍ਰੋਧੀ ਬੰਦੇ, ਤੇ ਇਹ ਜਿਹੜੇ ਨੇ ਇਹ ਨੀਚ ਕਹੇ ਜਾਂਦੇ ਆ। ਤੇ ਬ੍ਰਾਹਮਣਾਂ ਨੇ ਤਾਂ ਜਾਤਾਂ ਨੀਚ ਬਣਾ ਲਈਆਂ ਨਾ, ਪਰ ਗੁਰਬਾਣੀ ਦੀ ਕਸਵੱਟੀ ਇਹ ਦੱਸਦੀ ਹੈ ਵੀ ਨੀਚ ਕੋਈ ਬ੍ਰਾਹਮਣ ਵੀ ਹੋ ਸਕਦਾ ਹੈ, ਜਿਹਦੇ ਅੰਦਰ ਨੀਚਤਾਈ ਵਾਲੇ ਖਿਆਲ। ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਹੈ ਇਹ ਸਾਰਾ ਕੁਛ, ਉਹਦੇ ਹੁਕਮ ਦੇ ਵਿੱਚ ਹੀ ਹੋ ਰਿਹਾ। ਭਾਵੇਂ ਰਾਜਸੀਨ ਤਾਮਸੀਨ, ਤੇ ਇਹ ਸਾਰੇ ਉਹ ਵਾਹਿਗੁਰੂ ਦੇ ਹੁਕਮ ਦੇ ਵਿੱਚ। ਰਜੋਗੁਣ ਬਿਰਤੀ ਵਾਲੇ ਵੀ ਵਿੱਚ ਨੇ, ਸਤੋਗੁਣ ਬਿਰਤੀ ਵਾਲੇ ਵੀ, ਤਮੋਗੁਣ ਬਿਰਤੀ ਵਾਲੇ। ਇਹਦਾ ਮਤਲਬ ਹੈ ਜਿਵੇਂ ਇੱਕ ਬਾਦਸ਼ਾਹ ਹੈ, ਉਹਦੇ ਕੋਲ ਵਜ਼ੀਰ ਹੈ, ਉਹਦੇ ਕੋਲ ਸ਼ਾਹੂਕਾਰ ਨੇ, ਉਹਦੇ ਕੋਲ ਭੰਗੀ ਹੈ ਸਫਾਈ ਕਰਨ ਵਾਲਾ। ਉਹ ਆਪਣੇ ਵਜ਼ੀਰ ਨੂੰ ਕਹਿੰਦਾ ਹੈ ਵੀ ਮੇਰੀ ਪ੍ਰਜਾ ਦੇ ਵਿੱਚ ਕੋਈ ਭੁੱਖਾ ਨਾ ਰਹਿ ਜਾਏ, ਤੇਰੀ ਜ਼ਿੰਮੇਵਾਰੀ ਹੈ ਵੀ ਹੁਣ ਹਾਲਾਤ ਚੰਗੇ ਨਹੀਂ ਹੈਗੇ, ਤੇਰੀ ਜ਼ਿੰਮੇਵਾਰੀ। ਉਹ ਕਹਿੰਦਾ ਜੀ ਠੀਕ। ਜਿਹੜਾ ਸ਼ਾਹੂਕਾਰ ਹੈ ਉਹਨੂੰ ਕਹਿੰਦਾ ਵੀ ਤੂੰ ਮਹਿਲ ਇਹ ਜਿਹੜੀ ਸਜਾਵਟ ਕਰਨੀ ਹੈ, ਕਿਤੇ ਗੰਦ ਨਾ ਹੋਵੇ, ਸਾਰਾ ਤੁਰ ਫਿਰ ਕੇ ਵੀ ਚੰਗੀ ਤਰ੍ਹਾਂ ਸਜਾਵਟ ਕਰ, ਇਹਦੇ 'ਚ ਸੁਹੱਪਣ ਹੋਣਾ ਚਾਹੀਦਾ। ਇਹ ਵਿਉਂਤ ਬਣਾ। ਭੰਗੀ ਨੂੰ ਕਹਿੰਦਾ ਵੀ ਤੇਰਾ ਕੰਮ ਹੈ, ਤੂੰ ਸਫਾਈ ਕਰੀ ਚੱਲ। ਤੇ ਜਿਹੜੀ ਸਤੋਗੁਣ ਪੈਦਾ ਕੀਤਾ ਵਾਹਿਗੁਰੂ ਨੇ, ਇਹ ਹੈ ਵਾਹਿਗੁਰੂ ਦਾ ਵਜ਼ੀਰ ਦੀ ਨਿਆਈ ਹੈ। ਸਤੋਗੁਣ ਦੇ ਵਿੱਚ ਰੋਜੀ ਦਿੰਦਾ। ਰਜੋਗੁਣ ਬਰਮਾ ਰੂਪ ਹੋ ਕਰਕੇ ਫਿਰ ਸਾਰਿਆਂ ਦੇ ਭਾਂਡੇ ਸਜਾਵਟ ਕਰਦਾ, ਸੰਸਾਰ ਦੀ ਮਨੁੱਖ ਦੇਹ ਦੀ ਸਜਾਵਟ ਹੈ। ਤੇ ਫਿਰ ਸ਼ਿਵਜੀ ਹੋ ਕੇ ਭੰਗੀ ਵਾਲਾ ਕੰਮ ਕਰਦਾ, ਸਫਾਈ ਕਰਦਾ ਸਾਰਿਆਂ ਦੀ। ਇਹ ਵਾਹਿਗੁਰੂ ਦੇ ਹੁਕਮ ਦੇ ਵਿੱਚ ਸਾਰਾ ਕੁਛ ਹੋ ਰਿਹਾ ਹੈ। ਸਤੋਗੁਣ ਵਿਸ਼ਨੂੰ ਰੂਪ ਹੋ ਕੇ ਰੋਜੀ ਦੇ ਰਿਹਾ ਹੈ, ਪਾਲਣਾ ਕਰ ਲਿਆ। ਤਮੋਗੁਣ ਸ਼ਿਵ ਜੀ ਇਹ ਸਫਾਇਆ ਕਰਨ ਵਾਸਤੇ ਹੈ। ਰਜੋਗੁਣ ਬਰਮਾ ਹੋ ਕੇ ਤੇ ਉਹ ਭਾਂਡੇ ਸਾਜਦਾ। ਪਰਮੇਸ਼ਰ ਦੇ ਲਿਖੇ ਹੋਏ ਹੁਕਮ ਅਨੁਸਾਰ ਜੀਵ ਨੂੰ ਪਾਪਾਂ ਦਾ ਫਲ ਦੁੱਖ, ਪੁੰਨਾਂ ਦਾ ਫਲ ਸੁਖ ਇਹ ਪ੍ਰਾਪਤ ਹੁੰਦਾ ਹੈ। ਉੱਤਮ ਪੁਰਖਾਂ ਨੂੰ ਸੁਖ, ਨੀਚ ਪੁਰਖਾਂ ਨੂੰ ਦੁੱਖ, ਇਹ ਵਾਹਿਗੁਰੂ ਨੇ ਲਿਖ ਦਿੱਤਾ। ਉਹਦੇ ਲਿਖੇ ਅਨੁਸਾਰ, ਉਹਦੇ ਕਾਨੂੰਨ ਕਾਇਦੇ ਅਨੁਸਾਰ ਮਿਲਦਾ ਹੈ। ਉੱਤਮ ਪੁਰਖਾਂ ਨੂੰ ਸੁਖ ਭੋਗਣ ਨੂੰ ਤੇ ਨੀਚ ਪੁਰਖਾਂ ਨੂੰ ਦੁੱਖ ਭੋਗਣ ਨੂੰ ਇਹ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਮਿਲਦੇ ਹੈ। ਇਹਨੂੰ ਜੇ ਆਪਾਂ ਸਾਖੀ ਰੂਪ ਸਮਝੀਏ, ਜ਼ਿਆਦਾ ਸੌਖੀ ਸਮਝ। ਇੱਕ ਰਾਜਾ ਹੋਇਆ ਹੈ, ਅੰਗ ਸੀ ਉਹਦਾ ਨਾਮ, ਅੰਗ ਨਾਮ ਦਾ ਰਾਜਾ ਸੀ। ਉਹ ਬਹੁਤ ਧਰਮਾਤਮਾ ਸੀ, ਪ੍ਰਜਾ ਨੂੰ ਪਰਮਾਤਮਾ ਦੇ ਨਾਲ ਜੋੜਨ ਵਾਲਾ ਸੀ। ਸਤੋਗੁਣ ਬਿਰਤੀ ਸੀ, ਧਰਮਾਤਮਾ ਰਾਜਾ ਸੀ। ਤੇ ਰਾਜੇ ਦੇ ਘਰ ਇੱਕ ਪੁੱਤਰ ਪੈਦਾ ਹੋਇਆ। ਉਹ ਪੁੱਤਰ ਦਾ ਨਾਮ ਰੱਖਿਆ ਬੇਣੂ। ਇਹ ਬੇਣੂ ਜਦੋਂ ਵੱਡਾ ਹੋਇਆ ਤੇ ਉਹਦੀ ਰਾਜੇ ਦੀ ਮੌਤ ਹੋ ਗਈ। ਤੇ ਜਿਹੜਾ ਅੰਗ ਰਾਜਾ ਸੀ ਉਹ ਮਿਰਤੂ ਨੂੰ ਪ੍ਰਾਪਤ ਹੋ ਗਿਆ, ਉਹਦੇ ਥਾਂ 'ਤੇ ਉਹਨੂੰ ਰਾਜ ਮਿਲ ਗਿਆ।
ਇਹਦੇ ਖਿਆਲ ਪਿਓ ਵਰਗੇ ਨਹੀਂ ਸੀ। ਜ਼ਰੂਰੀ ਨਹੀਂ ਹੁੰਦਾ ਵੀ ਪਿਓ ਪੁੱਤ ਦੇ ਇੱਕੋ ਜਿਹੇ ਖਿਆਲ ਹੋਣ। ਪ੍ਰਹਲਾਦ ਦੇ ਹੋਰ ਖਿਆਲ ਸੀ, ਹਰਨਾਕਸ਼ ਦੇ ਹੋਰ ਸੀ। ਅਤੇ ਉਸ ਨੇ ਪਰਜਾ ਦੇ ਵਿੱਚ ਪਰਮਾਤਮਾ ਦੀ ਪੂਜਾ ਬੰਦ ਕਰਾ ਦਿੱਤੀ। ਕਹਿੰਦਾ ਜੇ ਪੂਜਾ ਕਰਨੀ ਹੈ ਮੇਰੀ ਕਰੋ। ਹਰਨਾਕਸ਼ ਵਰਗਾ ਹੀ ਹੋਇਆ ਇੱਕ ਕਿਸਮ ਦਾ। ਉਹਦੇ ਨਾਲ ਰਿਸ਼ੀ ਮੁਨੀ ਜਿਹੜੇ ਨੇ ਉਹ ਬੜੇ, ਕਿਉਂਕਿ ਧਰਮੀ ਪੁਰਸ਼ ਸੀ, ਅਤੇ ਉਹ ਬੜੇ ਤੰਗ ਹੋਏ। ਅਖੀਰ ਨੂੰ ਰਿਸ਼ੀਆਂ ਦੇ ਸਰਾਪ ਕਰਕੇ ਦੀ ਮ੍ਰਿਤੂ ਹੋਈ ਲਿਖੀ ਆ ਗ੍ਰੰਥਾਂ 'ਚ। ਹੁਣ ਕਹਿਣ ਦਾ ਭਾਵ ਹੈ ਵਾਹਿਗੁਰੂ ਦੇ ਹੁਕਮ ਦੇ ਵਿੱਚ ਜਿਹੜਾ ਸੀ ਅੰਗ ਰਾਜਾ, ਇਹ ਤਾਂ ਸੀ ਉੱਤਮ। ਇਹ ਵਾਹਿਗੁਰੂ ਦੇ ਹੁਕਮ 'ਚ ਆਪਣੀ ਕਰਨੀ ਕਰਕੇ ਨੀਚ ਹੋ ਗਿਆ। ਹੁਕਮ ਹੀ ਉੱਤਮ ਨੀਚ, ਇਹ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਹਨ। ਤੇ ਇਸ ਪ੍ਰਕਾਰ ਹੀ ਦੱਸਦੇ ਨੇ ਜੀ, ਇਕ ਨਾ ਹੁਕਮੀ ਬਖਸ਼ੀਸ, ਇਕ ਹੁਕਮੀ ਸਦਾ ਭਵਾਈਐ। ਇੱਕ ਨਾ ਤੋਂ ਭਾਵ ਹੈ ਕਈਆਂ ਨੂੰ ਹੁਕਮ ਦੇ ਵਿੱਚ ਹੀ ਬਰਮ ਵਿਦਿਆ ਦੀ ਪ੍ਰਾਪਤੀ ਹੋ ਜਾਂਦੀ ਹੈ, ਬਖਸ਼ੀਸ਼ ਬਖਸ਼ਿਸ਼ ਹੋ ਜਾਂਦੀ ਹੈ। ਇੱਕ ਪਰਮੇਸ਼ਰ ਦੀ ਬਖਸ਼ਿਸ਼ ਤੋਂ ਖਾਲੀ ਬਾਸ਼ਨਾ ਦੇ ਵਿੱਚ ਜੜੇ ਹੋਏ ਨੇ, ਉਹਨਾਂ ਨੂੰ ਹੁਕਮ ਹੀ ਵਾਹਿਗੁਰੂ ਦੇ ਹੁਕਮ ਵਿੱਚ ਸਦਾ ਹੀ ਹਮੇਸ਼ਾ ਹੀ 84 ਲੱਖ ਜੂਨਾਂ ਦੀ ਭਵਾਈ ਹੈ। ਭਵਾਈ ਦਾ ਮਤਲਬ ਚੱਕਰ ਕਟਾਏ ਜਾਂਦੇ ਨੇ, ਜੰਮੀ ਜਾਂਦੇ ਨੇ, ਮਰੀ ਜਾਂਦੇ, ਅਨੇਕਾਂ ਜੂਨਾਂ ਦੇ ਵਿੱਚ ਅਨੇਕਾਂ ਜੂਨਾਂ ਨੂੰ ਪ੍ਰਾਪਤ ਹੋ ਜਾਂਦੇ ਨੇ। ਕਦੇ ਕਿਸੇ ਜੂਨ ਵਿੱਚ, ਕਦੇ ਕਿਸੇ ਜੂਨ ਵਿੱਚ। ਇਹ ਸਭ ਹੁਕਮ ਵਿੱਚ ਹੈ। ਹੁਕਮੈ ਅੰਦਰ ਸਭ ਕੋ, ਵਾਹਰ ਹੁਕਮ ਨਾ ਕੋਏ। ਸਭ ਕੋ ਕੀ, ਸਾਰਾ ਸੰਸਾਰ, ਜਾਣੀ ਕੋਈ ਵੀ ਇੱਕ ਕੀੜੀ ਤੋਂ ਲੈ ਕੇ ਹਾਥੀ, ਇੱਕ ਤੀਲੇ ਤੋਂ ਲੈ ਕੇ ਪਹਾੜਾਂ ਤੱਕ, ਜੀਵ ਤੋਂ ਲੈ ਕੇ ਬ੍ਰਹਮਾ ਤੱਕ, ਕੋਈ ਉਹਦੇ ਹੁਕਮ ਤੋਂ ਬਾਹਰ ਨਹੀਂ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਵਾਹਿਗੁਰੂ ਦੇ ਹੁਕਮ ਤੋਂ ਬਾਹਰ ਨਹੀਂ ਹੈ ਕੋਈ, ਬਾਗੀ ਨਹੀਂ ਹੈ ਕੋਈ, ਆਗਿਆ ਤੋਂ ਬਾਹਰ ਨਹੀਂ ਹੈ। ਸਭ ਉਹਦੇ ਹੁਕਮ ਦੇ ਵਿੱਚ ਨਾ। ਭਾਵ ਕੀ ਹੈ ਵੀ ਜੀਵ ਹੈ ਜਿਹੜਾ, ਇਹ ਪਤੰਤਰ ਹੈ, ਸੁਤੰਤਰ ਨਹੀਂ ਹੈ। ਪਤੰਤਰ ਕਹਿੰਦੇ ਨੇ ਜਿਹੜਾ ਅਧੀਨ ਹੋਵੇ, ਸੁਤੰਤਰ ਕਹਿੰਦੇ ਨੇ ਜਿਹੜਾ ਆਜ਼ਾਦ ਹੋਵੇ। ਜਿਹੜੇ ਜੇਲ੍ਹ ਖਾਨੇ 'ਚ ਨੂੰ ਪਤੰਤਰ ਨੇ, ਇਹ ਸ਼ਬਦ ਜਿਹੜੇ ਨਾ ਵਾਰ-ਵਾਰ ਆਉਣੇ ਨੇ ਕਥਾ 'ਚ, ਜਿਹੜੇ ਅੱਜ ਥੋੜ੍ਹੇ ਜਿਹੇ ਸਮਝ ਆ ਗਏ, ਜੇ ਫੇਰ ਭੁੱਲ ਕੇ ਫੇਰ ਆ ਜਾਣਗੇ। ਇਸ ਕਰਕੇ ਪਤੰਤਰ ਜੀਵ ਜਿਹੜਾ ਕਰਮਾਂ ਦੇ ਅਧੀਨ ਹੈ, ਅਤੇ ਸੁਤੰਤਰ ਹੁੰਦਾ ਜਿਹੜਾ ਮੁਕਤ ਹੋ ਜਾਵੇ। ਤੋ ਇਸ ਕਰਕੇ ਜੀਵ ਹੈ ਜਿਹੜਾ, ਇੱਥੇ ਇਹ ਸਿੱਧ ਕੀਤਾ ਮਹਾਰਾਜ ਨੇ ਵੀ ਇਹ ਸੁਤੰਤਰ ਨਹੀਂ ਹੈ, ਪਤੰਤਰ ਹੈ। ਅਤੇ ਮਹਾਰਾਜ ਸਾਹਿਬ ਕਹਿੰਦੇ ਵੀ ਹੁਕਮ ਤੋਂ ਬਾਹਰ ਕੋਈ ਨਹੀਂ ਹੈ। ਅਤੇ ਹੁਣ ਪੌੜੀ ਦੀ ਅਖੀਰਲੀ ਤੁਕ ਹੈ, ਜਿਹਦੇ ਵਿੱਚ ਮਹਾਰਾਜ ਦੱਸਦੇ ਨੇ, ਨਾਨਕ ਹੁਕਮੈ ਜੇ ਬੁੱਝੈ, ਤਾ ਹਉਮੈ ਕਹੈ ਨਾ ਕੋਏ। ਚਲੋ ਤੁਹਾਡੇ 'ਚ ਅੱਧ ਤੋਂ ਵੱਧ ਤਾਂ ਇੱਕ ਸੰਥਿਆ ਹੋਈ ਹੈ, ਜਾਣਕਾਰੀ ਹੈ, ਅਤੇ ਕੁਛ ਗਿਆਨੀ ਸਿੰਘ ਵੀ ਹੋ ਤੁਸੀਂ। ਅਤੇ ਬੁੱਝੇ ਸ਼ਬਦ ਨੂੰ ਜੇ ਆਪਾਂ ਅਧਿਕ ਨਾ ਲਾਈਏ ਤਾਂ ਬੁਝਿਆ ਬਣਦਾ ਹੈ। ਜਿਵੇਂ ਦੀਵਾ ਜਗਦਾ ਹੈ, ਪੁਰਾਣੇ ਸਮੇਂ ਦੀਵੇ ਹੁੰਦੇ ਸੀ, ਉਹਨੂੰ ਕਹੀਦਾ ਦੀਵਾ ਬੁਝਾ ਦੇ। ਇਹ ਤਾਂ ਨਹੀਂ ਕਹਿੰਦੇ ਦੀਵਾ ਬੁਝਾ ਦੇ, ਅਧਿਕ ਤੋਂ ਬਿਨਾਂ ਬੋਲਦੇ ਆ, ਬੁਝਾ ਦੇ, ਦੀਵਾ ਬੁਝਾ ਦੇ। ਅਤੇ ਫਿਰ ਕੋਈ ਸਵਾਲ ਪਾ ਕੇ ਉਹਨੂੰ ਕਹਿੰਦੇ ਮੇਰੀ ਬਾਤ, ਮੇਰੀ ਗੱਲ ਬੁੱਝ। ਬੁੱਝ ਦਾ ਅਰਥ ਹੈ ਜਾਣ। ਇਸ ਕਰਕੇ ਅਧਿਕ ਲਾ ਕੇ ਬੋਲਣਾ। ਨਾਨਕ ਹੁਕਮੇ ਜੇ ਬੁੱਝੈ, ਇਹ ਬੁਝਾ ਹੀ ਨਹੀਂ ਕਰਦਾ, ਬੁਝਾ ਕਰਦਾ ਪਾਠ ਗਲਤ ਹੋ ਗਿਆ। ਅਤੇ ਮਹਾਰਾਜ ਸਾਹਿਬ ਜੀ ਇਹ ਪੌੜੀ ਦੀ ਸਮਾਪਤੀ ਵਿੱਚ ਕਹਿੰਦੇ ਨੇ, ਆਪਣੀ ਮੋਹਰ ਲਾ ਦਿੱਤੀ, ਨਾਨਕ ਸ਼ਬਦ ਆ ਗਿਆ। ਨਾਨਕ ਸ਼ਬਦ ਦੇ ਅਰਥ ਤੁਸੀਂ ਸੁਣ ਚੁੱਕੇ ਹੋ। ਸਤਿਗੁਰੂ ਮਹਾਰਾਜ ਸਾਹਿਬ ਜੀ ਇਹ ਫਰਮਾਨ ਕਰਦੇ ਨੇ, ਜੀਵ ਉਸ ਵਾਹਿਗੁਰੂ ਦੇ ਹੁਕਮ ਵਿੱਚ ਅਤੇ ਹੁਕਮੀ ਬੰਦਾ ਬਣ ਕੇ ਆਪਣੇ ਗੁਰਦੇਵ ਦੇ ਹੁਕਮ ਨੂੰ ਬੁੱਝੇ ਕਿ ਇਹ ਸਮਝ ਲਵੇ। ਅਤੇ ਫਿਰ ਜਿਵੇਂ ਆਮ ਲੱਗਾ ਕਹਿੰਦੇ ਜੀ ਹਾਕਮ ਦੇ ਝਿੜਕੇ ਹੋਏ ਦਾ, ਅਤੇ ਬਾਰਿਸ਼ ਦੇ ਵਿੱਚ ਪੈਰ ਤਿਲਕ ਕੇ ਡਿੱਗੇ ਦਾ, ਉਹ ਗੁੱਸਾ ਥੋੜ੍ਹੀ ਕਿਸੇ ਦੇ ਕਰਦਾ। ਇਸੇ ਤਰ੍ਹਾਂ ਪ੍ਰਮਾਤਮਾ ਦੇ ਦਿੱਤੇ ਹੋਏ ਦੁੱਖ ਸੁੱਖ ਦੇ ਉੱਤੇ ਕਹਿੰਦੇ ਜੀਵ ਨੂੰ ਕੋਈ ਕਿੰਤੂ ਨਹੀਂ, ਗੁੱਸਾ ਨਹੀਂ ਕਰਨਾ ਚਾਹੀਦਾ। ਕਹਿਣ ਦੇ ਵਿੱਚ ਗੱਲ ਸੌਖੀ ਹੈ ਅਤੇ ਕਰਨ ਦੇ ਵਿੱਚ ਔਖੀ ਹੈ। ਦੂਸਰੇ ਦੇ ਘਰ ਲੱਗੀ ਹੋਵੇ ਤਾਂ ਕਹਿੰਦੇ ਜੀ ਬਸੰਤਰ ਦੇਵਤਾ ਪ੍ਰਗਟ ਹੋਇਆ ਵਾ, ਜਾਣੀ ਅੱਗ ਲੱਗੀ ਵੀ ਹੈ ਕਿਸੇ ਘਰ ਨੂੰ, ਕਹਿੰਦਾ ਉਹ ਮਜ਼ਾਕ ਦੇ ਕਹਿੰਦੇ ਬਸੰਤਰ ਦੇਵਤਾ ਪ੍ਰਗਟ ਹੋਇਆ ਵਾ। ਜਿੱਦਣ ਲੱਗੀ ਆਪਣੇ ਆਪ ਨੂੰ ਕਹਿੰਦਾ ਅੱਗ ਲੱਗੀ ਸਾਡੇ ਘਰ ਨੂੰ, ਉਦਣ ਅੱਗ ਦੂਜੇ ਦੇ ਘਰ ਲੱਗੀ ਬਸੰਤਰ। ਜਦੋਂ ਦੁੱਖ ਆਪ ਨੂੰ ਮਿਲਿਆ ਉਦੋਂ ਚੀਕਾਂ ਨਿਕਲਦੀਆਂ, ਕਹਿੰਦਾ ਵੀ ਬਹੁਤ ਮਾੜਾ ਕਰਿਆ ਰੱਬ ਨੇ। ਜਿੱਦਣ ਕਿਸੇ ਦੇ ਕੋਲ ਹੈ ਕਹਿੰਦਾ ਉਹ ਭਾਈ ਪਾਣਾ ਮਨ। ਇਹ ਕਹਿਣਾ ਹੀ ਸੌਖਾ, ਕਰਨਾ ਬਹੁਤ ਔਖਾ ਹੈ।
ਤੋ ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਹੁਕਮ ਮੰਨਹਿ ਤਾਂ ਹਰ ਮਿਲੇ। ਕਹਿੰਦੇ ਵਾਹਿਗੁਰੂ ਦੇ ਮਿਲਣ 'ਚ ਰੁਕਾਵਟ ਕਿਹੜੀ ਹੈ? ਵਾਹਿਗੁਰੂ ਦਾ ਹੁਕਮ ਨਹੀਂ ਮੰਨ ਰਹੇ। ਜਿਹੜਾ ਵਾਹਿਗੁਰੂ ਦਾ ਹੁਕਮ ਮੁਕੰਮਲ ਤੌਰ 'ਤੇ ਮੰਨਦਾ ਹੈ ਤਾਂ ਵੇ ਵਿੱਚੋਂ ਹਉਮੈ ਜਾਏ, ਹਉਮੈ ਚਲੀ ਗਈ, ਪਰਮਾਤਮਾ ਦੀ ਪ੍ਰਸੰਨਤਾ ਪਰਮਾਤਮਾ ਮਿਲ ਜਾਂਦਾ। ਜਿਨੀ ਪਛਾਤਾ ਹੁਕਮ ਤਿਨ ਕਦੇ ਨਾ ਰੋਵਣਾ। ਦੁੱਖ ਦੇ ਵਿੱਚ ਰੋਣਗੇ ਨਹੀਂ ਉਹ। ਗੁਰੂ ਗੋਬਿੰਦ ਸਿੰਘ ਦਾ ਜੀਵਨ ਤਾਂ ਤੁਹਾਡੇ ਸਾਹਮਣੇ ਹੈ ਨਾ। ਚਾਰੇ ਪੁੱਤਰਾਂ ਦਾ ਚਲੇ ਜਾਣਾ ਤੇ ਕੋਈ ਥੋੜ੍ਹਾ ਜਿਹਾ ਦੁੱਖ ਹੈ। ਆਨੰਦਪੁਰ ਸਾਹਿਬ ਚਲੇ ਜਾਣਾ ਥੋੜ੍ਹਾ ਜਿਹਾ ਦੁੱਖ ਹੈ, ਪਰ ਨੇੜੇ ਵੀ ਨਹੀਂ ਆਇਆ। ਮਾਛੀਵਾੜੇ ਦੇ ਜੰਗਲਾਂ 'ਚ ਇਕੱਲੇ ਪਏ ਸੀ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਮਹਾਰਾਜ ਨੇ ਸਾਨੂੰ ਹੁਕਮ ਮੰਨ ਕੇ ਦਿਖਾਇਆ ਕਿ ਗੁਰਸਿੱਖੋ ਖਾਲਸਾ ਜੀ, ਜੇ ਐਡੀ ਵੱਡੀ ਮੁਸੀਬਤ ਵੀ ਆ ਜਾਵੇ, ਢਿੱਡੋਂ ਭੁੱਖੇ, ਪੈਰਾਂ 'ਚ ਜੋੜਾ ਨਹੀਂ, ਘੋੜਾ ਕੋਲ ਨਹੀਂ ਹੈ, ਸਿੰਘ ਕੋਈ ਕੋਲ ਨਹੀਂ, ਪਰਿਵਾਰ ਦਾ ਬੰਦਾ ਕੋਈ, ਦੁਸ਼ਮਣ ਪਿੱਛੇ ਲੱਗਿਆ ਹੋਇਆ, ਇਹ ਹੁਕਮ ਮੰਨ ਕੇ ਦਿਖਾਇਆ, ਕਿਹਾ ਇਹ ਨਹੀਂ ਨਿਰਾ। ਤੋ ਇਸ ਕਰਕੇ ਮਹਾਰਾਜ ਸਾਹਿਬ ਜੀ ਨੇ, ਇਹ ਤਾਂ ਅਸੀਂ ਪਹਿਲੇ ਸਰਲ ਅਰਥ ਸੀ, ਹੁਣ ਥੋੜ੍ਹਾ ਜਿਹਾ ਬੁੱਧ ਨੂੰ ਹੋਰ ਬਰੀਕ ਕਰਨਾ ਪਊਗਾ, ਕਿਉਂਕਿ ਦੂਜਾ ਅਰਥ ਹੈ ਜਿਹੜਾ ਉਹ ਇਹਦੇ ਨਾਲੋਂ ਥੋੜ੍ਹਾ ਜਿਹਾ ਇਹ ਵੀ ਨਹੀਂ ਹੈ ਵੀ ਮੂਲ ਮੰਤਰ ਮੰਗੂ ਨਾ ਕਿਤੇ ਇਸ ਗੱਲੋਂ ਤੁਹਾਡੇ ਖਿਆਲ ਦੇ ਵਿੱਚ ਆਵੇ ਵੀ ਸ਼ਾਇਦ ਉਨੀ ਔਖੀ ਕਥਾ ਹੋ ਗਈ। ਇਹ ਸੌਖੀ ਹੈ। ਉੱਥੇ ਪਰਮਾਤਮਾ ਦੇ ਹੁਕਮ ਦੇ ਵਿੱਚ ਸਾਰਾ ਸੰਸਾਰ ਕਿਹਾ ਪਹਿਲੇ ਅਰਥ ਵਿੱਚ। ਹੁਣ ਫਿਰ ਪ੍ਰਸ਼ਨ ਹੈ ਸਿੱਧਾਂ ਦਾ ਕਿ ਜਿਨ੍ਹਾਂ ਨੇ ਪਰਮੇਸ਼ਰ ਦੇ ਹੁਕਮ ਨੂੰ ਬੁੱਝ ਲਿਆ, ਜਾਣ ਲਿਆ, ਉਹਨਾਂ ਤੱਤਵੇਤਿਆਂ ਦੀ ਅਵਸਥਾ ਕਥਨ ਕਰੋ ਜੀ। ਸਾਰੇ ਤਾਂ ਇਹੋ ਜਿਹੇ ਹੋ ਨਹੀਂ ਸਕਦੇ। ਉਹਨਾਂ ਦੀ ਅਵਸਥਾ ਕਿਹੋ ਜਿਹੀ ਹੈ? ਮਹਾਰਾਜ ਸਾਹਿਬ ਕਹਿੰਦੇ ਉਹ ਵੀ ਇਹਦੇ ਇਸੇ ਪੌੜੀ 'ਚ ਲਿਖੀ ਹੋਈ ਹੈ। ਕਹਿੰਦੇ ਜੀ ਦੱਸੋ। ਹੁਣ ਦੂਸਰਾ ਅਰਥ ਦੂਸਰੇ ਪ੍ਰਸ਼ਨ ਦੇ ਨਾਲ ਸ਼ੁਰੂ ਹੁੰਦਾ ਹੈ। ਹੁਕਮੀ ਹੋਵਨ ਆਕਾਰ, ਹੁਕਮ ਨ ਕਹਿਆ ਜਾਏ। ਜਿਹੜੇ ਅਕਾਲ ਪੁਰਖ ਦੇ ਹੁਕਮ ਨੂੰ ਮੰਨਣ ਵਾਲੇ, ਉਸ ਦੀ ਆਗਿਆ ਵਿੱਚ ਚੱਲਣ ਵਾਲੇ ਬ੍ਰਹਮ ਗਿਆਨੀ ਤੱਤਵੇਤੇ ਨੇ, ਉਹ ਪੂਰਨ ਰੂਪ 'ਚ ਹੁਕਮ ਮੰਨਦੇ ਆ। ਉਹਨਾਂ ਦੇ ਹੁਕਮ ਹੀ ਕੀ ਹੈ? ਹੁਕਮ ਦੇ ਵਿੱਚ ਆਕਾਰ, ਸਾਰੇ ਆਕਾਰ ਧਾਰੀ, ਸਰੀਰ ਧਾਰੀ ਜਿੰਨੇ ਵੀ ਆਕਾਰ ਨੇ, ਉਹ ਜੀਵਨ, ਭਾਵੇਂ ਪਸ਼ੂ, ਭਾਵੇਂ ਪੰਛੀ, ਭਾਵੇਂ ਮਨੁੱਖ, ਤੇ ਉਹ ਸਾਰੇ ਉਹਦੇ ਮਹਾਰਾਜ ਸਾਹਿਬ ਕਹਿੰਦੇ ਹੋਵਨ, ਹੋ ਜਾਂਦੇ ਨੇ ਉਹਦੇ ਹੁਕਮ ਦੇ ਵਿੱਚ, ਉਹਨਾਂ ਦੇ ਹੁਕਮ ਦੇ ਵਿੱਚ, ਉਹਨਾਂ ਦੀ ਆਗਿਆ ਤੋਂ ਬਾਹਰ ਨਹੀਂ ਹੁੰਦੇ। ਜਿਵੇਂ ਬ੍ਰਹਮ ਗਿਆਨੀ ਚਾਹੁਣ ਉਸੇ ਤਰ੍ਹਾਂ ਉਹ ਸੰਸਾਰ ਦਾ ਕਾਰਜ ਜਿਹੜਾ ਉਹ ਜੀਵਾਂ ਤੋਂ ਕਰਾ ਸਕਦੇ ਹੋਣ ਲੱਗ ਜਾਂਦਾ। ਇਹਦੇ 'ਚ ਸੌਖੀ ਸਮਝ ਆ ਜਾਊਗੀ। ਇੱਕ ਅਦਨ ਬਾਦਸ਼ਾਹ ਹੋਇਆ, ਵਿਰਾਗ ਹੋ ਗਿਆ, ਰਾਜ ਛੱਡ ਕੇ ਫਕੀਰ ਹੋ ਗਿਆ, ਤੇ ਫਟੀ ਹੋਈ ਗੋਦੜੀ ਹੈ, ਤਪੱਸਿਆ 'ਚ ਪੂਰਨ ਹੋ ਗਿਆ, ਬ੍ਰਹਮ ਗਿਆਨੀ ਹੋ ਗਿਆ। ਰਾਜੇ ਦੇ ਪੁੱਤਰ ਜਿਹਨੂੰ ਰਾਜ ਦਿੱਤਾ ਹੋਇਆ ਸੀ ਅਦਨ ਨੇ, ਬਾਕੀ ਦੇ ਗਮੰਡੀ ਰਾਜੇ ਉਹਨੂੰ ਮਿਹਣੇ ਮਾਰਿਆ ਕਰਨ, ਤੇਰਾ ਬਾਪ ਫਕੀਰ ਹੋਇਆ ਫਿਰਦਾ। ਉਹ ਲੋਕਾਂ ਤੋਂ ਤੰਗ ਹੋ ਕੇ ਇੱਕ ਦਿਨ ਲੱਭਦਾ ਦਰਿਆ ਦੇ ਕਿਨਾਰੇ ਬੈਠਾ ਸੀ ਅਦਨ। ਉਹ ਆ ਕੇ ਨਮਸਕਾਰ ਕੀਤੀ, ਅੱਖਾਂ ਭਰ ਕੇ ਕਹਿੰਦਾ, ਪਿਤਾ ਤੇਰੇ ਕਰਕੇ ਮੈਨੂੰ ਲੋਕਾਂ ਦੇ ਮਿਹਣੇ ਚੱਲਣੇ ਪੈਂਦੇ ਨੇ, ਤੂੰ ਘਰ ਚੱਲ। ਕਹਿੰਦੇ ਨਹੀਂ, ਫਕੀਰ ਹੋ ਕੇ ਘਰ ਨਹੀਂ ਮੁੜੀਦਾ। ਉਹ ਕਹਿੰਦੇ ਵੀ ਮੇਰਾ ਸਵਾਲ ਹੈ, ਮੈਨੂੰ ਰਾਜ ਦਾ ਲੋਭ ਨਹੀਂ ਹੈ। ਉਹ ਨਲਾਇਕ ਪੁੱਤ ਨੇ ਜਿਹੜੇ ਬਾਪ ਦਾ ਰਾਜ ਖੋਹ ਕੇ ਵੀ ਲੈ ਸਕਦੇ ਨੇ। ਤੂੰ ਜੇ ਰਾਜ 'ਤੇ ਬੈਠਾ ਹੋਊਗਾ ਮੈਨੂੰ ਖੁਸ਼ੀ ਹੋਊਗੀ, ਤੇਰੇ ਮਰੇ ਤੋਂ ਬਾਅਦ ਤਾਂ ਮੈਨੂੰ ਹੀ ਮਿਲਣਾ ਰਾਜ। ਪਰ ਐਡੇ ਵੱਡੇ ਰਾਜ ਦਾ ਮਾਲਕ ਹੋ ਕੇ ਛੋਟੇ ਛੋਟੇ ਰਾਜੇ ਤੇਰੇ ਅਧੀਨ ਸੀ, ਅੱਜ ਫਕੀਰ ਹੋਇਆ ਫਿਰਦਾ, ਰੋਟੀ ਵੀ ਪਤਾ ਨਹੀਂ ਮਿਲਦੀ ਹੈ ਜਾਂ ਨਹੀਂ ਮਿਲਦੀ। ਅਦਨ ਬਾਦਸ਼ਾਹ ਫਕੀਰ ਹੱਸ ਪਿਆ, ਕਹਿੰਦੇ ਪੁੱਤਰ ਅਸਲ ਦੇ ਵਿੱਚ ਮੈਂ ਰਾਜਾ ਹੀ ਹੁਣ ਬਣਿਆ, ਮੈਂ ਉਦੋਂ ਭਿਖਾਰੀ ਹੋ ਸੀ, ਹੁਣ ਤੂੰ ਭਿਖਾਰੀ ਹੈ ਜੇ ਤੈਨੂੰ ਰਾਜ ਨਹੀਂ ਮਿਲਿਆ। ਕਹਿੰਦਾ ਬਾਪੂ ਮੇਰੇ ਸਮਝ ਨਹੀਂ ਆਉਂਦੀ ਗੱਲ ਕੀ ਕਹਿੰਦੇ। ਕਬੀਰ ਸਾਹਿਬ ਕਹਿੰਦੇ ਨੇ, ਦਾਸ ਕਬੀਰ ਚੜ੍ਹਿਓ ਗੜ ਉੱਪਰ, ਰਾਜ ਲਿਓ ਅਵਨਾਸੀ। ਸਾਡੇ ਕੋਲ ਅਜਿਹਾ ਰਾਜ ਹੈ, ਤੇਰੇ ਕੋਲ ਪੁੱਤਰ ਕਿੱਡੀ ਕੁ ਹਕੂਮਤ ਹੈ। ਕਹਿੰਦਾ ਜੀ ਆ ਦੇਖੋ ਸਾਰੀਆਂ ਫੌਜਾਂ ਮੇਰੇ ਹੁਕਮ 'ਚ ਨੇ। ਕਹਿੰਦੇ ਚੰਗਾ ਲੈ, ਮੈਂ ਇੱਕ ਇਮਤਿਹਾਨ ਲੈਣਾ। ਉਹ ਗੋਦੜੀ ਸੂਣ ਵਾਲੀ ਇੱਕ ਸੂਈ ਸੀ ਐਡੀ ਸਾਰੀ, ਉਹ ਵੱਡੀ ਸੂਈ ਹੁੰਦੀ ਹੈ, ਕੰਧੂਈ ਸੂਈ ਕਹਿੰਦੇ ਸੀ ਬੀਬੀਆਂ ਪੁਰਾਣੇ ਸਮੇਂ 'ਚ। ਉਹਨੇ ਆਪਣੀ ਸੂਈ ਚੱਕ ਕੇ ਦਰਿਆ ਦੇ ਵਿੱਚ ਭਗਾ ਮਾਰੀ।
ਪਾਣੀ ਗੰਦਲਾ ਸੀ, ਕਹਿੰਦਾ ਬੇਟਾ ਸੂਈ ਕੱਢ, ਕਹਿੰਦਾ ਕਿਸੇ ਸਿਪਾਹੀ ਨੂੰ ਕਹਿ। ਉਹ ਕਹਿੰਦਾ ਜਾਓ ਵੀ ਫਟਾਫਟ ਸੂਈ ਲੱਭ ਕੇ ਦਿਓ। ਗੰਦਲਾ ਪਾਣੀ, ਸੂਈ ਲੱਭੀ ਨਹੀਂ। ਸਾਰੀਆਂ ਫੌਜਾਂ ਹਾਰ ਗਈਆਂ। ਕਹਿੰਦੇ ਤੇਰੀਆਂ ਫੌਜਾਂ ਫੇਰ ਹੋ ਗਈਆਂ, ਮੈਂ ਆਪਣੀਆਂ ਫੌਜਾਂ ਨੂੰ ਕਹਾਂ? ਕਹਿੰਦੇ ਤੁਹਾਡੇ ਕੋਲ ਵੀ ਫੌਜ ਹੈ? ਕਹਿੰਦੇ ਹਾਂ। ਮੇਰੇ ਕੋਲ ਹੁਣ ਸਾਰੇ ਜੀ ਮੇਰੇ ਹੁਕਮ ਦੇ ਵਿੱਚ ਆਕਾਰਧਾਰੀ ਹੋ ਗਏ ਨੇ, ਜਿੰਨੇ ਵੀ ਆਕਾਰਧਾਰੀ। ਜਿਹਨੂੰ ਕਹਾਂ, ਮੈਂ ਸ਼ੇਰ ਨੂੰ ਕਹਾਂ, ਸ਼ੇਰ ਮੇਰੇ ਆਖੇ ਲੱਗਦਾ। ਮੈਂ ਹਾਥੀ ਨੂੰ ਕਹਾਂ, ਹਾਥੀ ਮੇਰੇ ਆਖੇ ਲੱਗਦਾ। ਲੈ ਮੈਂ ਤੈਨੂੰ ਹੁਣੇ ਦੱਸਦਾ। ਤੇ ਆਵਾਜ਼ ਦਿੱਤੀ। ਸਾਹਮਣੇ ਇੱਕ ਮੱਛੀ ਸੀ। ਮੱਛੀ ਧਿਆਨ ਟਿਕਾ ਕੇ ਕਹਿੰਦਾ, ਹੇ ਮੱਛੀ, ਹੇ ਜਲ ਜੰਤੂ, ਮੇਰੀ ਸੂਈ ਲੱਭ ਕੇ ਲਿਆ। ਉਹ ਮੱਛੀ ਜਲਦੀ ਦੇ ਕੇ ਗੋਤਾ ਮਾਰਿਆ, ਸੂਈ ਪਕੜੀ ਤੇ ਲਿਆ ਕੇ ਬਾਦਸ਼ਾਹ ਦੇ ਅੱਗੇ ਐਂ ਕਰ ਦਿੱਤੀ। ਉਹਨੇ ਫੜ ਲਈ। ਕਹਿੰਦਾ ਪੁੱਤ ਦੱਸ, ਮੇਰੀਆਂ ਫੌਜਾਂ ਕਾਮਯਾਬ ਹੋਣ, ਤੇਰੀਆਂ ਫੌਜਾਂ ਕਾਮਯਾਬ ਹੋਣ? ਕਹਿੰਦਾ ਜੀ ਤੁਹਾਡੀਆਂ ਫੌਜਾਂ ਕਾਮਯਾਬ ਹੋਣ। ਉਹ ਕਹਿਣ ਲੱਗਾ ਫਿਰ ਇਸ ਤਰ੍ਹਾਂ ਗੱਲ ਹੈ ਵੀ ਗਾਹਾਂ ਨੂੰ ਇਹ ਸ਼ੰਕਾ ਕਰਨ ਦੀ ਲੋੜ ਨਹੀਂ, ਤੂੰ ਆਪਣੇ ਘਰ ਨੂੰ ਜਾ। ਇੱਥੇ ਮਹਾਰਾਜ ਸਾਹਿਬ ਇਹ ਕਹਿੰਦੇ ਆ ਵੀ ਬ੍ਰਹਮ ਗਿਆਨੀਆਂ ਦੇ ਹੁਕਮ ਦੇ 'ਚ ਬਾਬਾ ਬਿਧੀ ਚੰਦ ਦੇ ਸ਼ੇਰ ਨਹੀਂ ਆਖੇ ਲੱਗਿਆ। ਸੰਤ ਨਰਾਇਣ ਦਾਸ ਸ਼ੇਰ ਨੂੰ ਫੜ ਕੇ ਉਹ 'ਤੇ ਲੱਕੜਾਂ ਨਹੀਂ ਢੋ ਕੇ ਲਿਆ। ਸਾਖੀਆਂ ਨੇ ਬੜੀਆਂ ਵੱਡੀਆਂ। ਬੁੱਢਣ ਸ਼ਾਲ ਦੇ ਉੱਥੇ ਜਾ ਕੇ ਦਰਸ਼ਨ ਕਰਦੇ ਆ ਕੀਰਤਪੁਰ ਸਾਹਿਬ। ਕੀ ਸ਼ੇਰ ਬੱਕਰੀਆਂ ਨਹੀਂ ਚਰਦਾ ਰਿਹਾ? ਉਹ ਕੀ ਹੈ? ਤੇ ਜਿੰਨੇ ਆਕਾਰ ਧਾਰੀ ਨੇ। ਤੇ ਇਸ ਪ੍ਰਕਾਰ ਫਿਰ ਇਹ ਜਿਵੇਂ ਅਦਨ ਬਾਦਸ਼ਾਹ ਦੀ ਗੱਲ ਆਈ ਹੈ ਕਿ ਉਹ ਸਾਰੇ ਉਹਦੇ ਹੁਕਮ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਹੋ ਜਾਂਦੇ ਨੇ। ਤੇ ਉਹ ਸਾਰੇ ਉਹਦੇ ਹੁਕਮ ਦੇ ਵਿੱਚ ਹੋ ਜਾਂਦੇ। ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ। ਅੱਧੀ ਪੰਗਤੀ ਦੇ ਅਨਵੇਂ ਲਾ ਕੇ ਅਰਥ ਨਾ ਹੁਕਮ ਕਹਿਆ। ਪਰਮੇਸ਼ਰ ਨੇ ਵੇਦਾਂ ਸ਼ਾਸਤਰਾਂ ਦੁਆਰਾ ਬਾ ਸਤਨਾਮ ਰੂਪੀ ਹੁਕਮ ਦੁਆਰਾ ਕਹਿਆ। ਕੀ ਕਿਹਾ ਕਿ ਬ੍ਰਹਮ ਗਿਆਨੀ ਤਤਵੇ ਤੇ ਨਾ ਜਾਈ, ਨਾ ਮਰ ਕੇ ਕਿਤੇ ਜਾਂਦੇ ਅਤੇ ਨਾ ਹੀ ਜਨਮ ਲੈ ਕੇ ਆਉਂਦੇ ਹਨ। ਜੈਸਾ ਕਿ ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰਉਪਕਾਰੀ ਆਏ। ਬ੍ਰਹਮ ਗਿਆਨੀ ਦੇ ਪ੍ਰਾਣ ਕਿਸੇ ਲੋਕ ਨੂੰ ਨਾ ਜਾ। ਹਾਂਜੀ ਅੱਗੇ ਚਲੋ। ਹੁਕਮੀ ਹੋਵਨ ਜੀਆ, ਹੁਕਮ ਮਿਲੈ ਵਡਿਆਏ। ਇਹ ਬ੍ਰਹਮ ਗਿਆਨੀ ਦੇ ਹੁਕਮ 'ਚ ਆਕਾਰ ਧਾਰੀ ਸਾਰੇ ਹੋ ਗਏ। ਹੁਣ ਅੱਗੇ ਕਹਿੰਦੇ ਹੁਕਮੀ ਹੋਵਨ ਜੀਆ। ਜੀਆ ਨਹੀਂ ਕਹਿਣਾ, ਅੜੇ ਨੂੰ ਕਰਨੇ ਪੈਣਾ ਸੀ। ਹੁਕਮ ਮਿਲੇ ਵਡਿਆਈ। ਸਾਰੇ ਜੀਵ ਜੰਤ ਬ੍ਰਹਮ ਗਿਆਨੀ ਦੇ ਹੁਕਮ ਵਿੱਚ ਹੋ ਜਾਂਦੇ। ਉਹਨੂੰ ਬ੍ਰਹਮ ਗਿਆਨੀ ਨੂੰ ਪ੍ਰਪੱਕਤਾ ਹੋ ਜਾਂਦੀ ਹੈ ਕਿ ਜਿੰਨੇ ਵੀ ਜੀ ਜੰਤ ਨੇ ਸਭ ਹੁਕਮੀ ਪਰਮੇਸ਼ਰ ਦੇ ਹੀ ਆਕਾਰ ਧਾਰੇ ਹੋਏ ਨੇ। ਜਤਰ ਜਤਰ ਮਨੋ ਜਾਤੀ ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ। ਇਹ ਬ੍ਰਹਮ ਗਿਆਨ ਦੀ ਅਵਸਥਾ ਕਥਨ ਕੀਤੀ। ਉਹ ਤੱਤਵੇ ਤੇ ਉਹਨਾਂ ਤੱਤਵੇ ਤੇ ਬ੍ਰਹਮ ਗਿਆਨੀਆਂ ਦਾ ਹੁਕਮ ਮੰਨਣ ਵਾਲੇ ਜਿਹੜੇ ਜਗਿਆਸੂ ਨੇ, ਉਹ ਬ੍ਰਹਮ ਗਿਆਨ ਦੀ ਪ੍ਰਾਪਤੀ ਦੀ ਵਡਿਆਈ ਉਹਨਾਂ ਨੂੰ ਸੋਭਾ ਮਿਲ ਜਾਂਦੀ ਹੈ। ਹੁਕਮ ਮਿਲੇ ਵਡਿਆਈ। ਹੁਕਮ ਹੁਕਮੀ ਪਰਮੇਸ਼ਰ ਦੇ ਹੁਕਮ ਦੁਆਰਾ ਹੀ ਬ੍ਰਹਮ ਵੇਤਿਆਂ ਦੀ ਸੰਗਤ ਕਰਕੇ ਬ੍ਰਹਮ ਗਿਆਨ ਰੂਪੀ ਸੋਭਾ ਮਿਲ ਜਾਂਦੀ ਹੈ, ਵਡਿਆਈ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਪਰਮੇਸ਼ਰ ਜਿੰਨੀ ਉਹਦੇ 'ਚ ਸਮਰੱਥਾ। ਤੋ ਇਸ ਕਰਕੇ ਐਸਾ ਜਿਹੜਾ ਹੈ ਉਹ ਜਿਵੇਂ ਇਹਦੇ 'ਚ ਅੱਗੇ ਦ੍ਰਿਸ਼ਟਾਂਤ ਪ੍ਰਮਾਣ ਵੀ ਆਉਣਗੇ। ਤੇ ਅੱਗੇ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹਨ। ਹੁਕਮੀ ਉਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈਐ ਹੈ। ਜਿਹੜੇ ਉਹਨਾਂ ਤੱਤਵੇ ਤੇ ਬ੍ਰਹਮ ਗਿਆਨੀਆਂ ਦਾ ਹੁਕਮ ਮੰਨਦੇ ਨੇ, ਉਹ ਨੀਚ ਪੁਰਸ਼ ਵੀ ਉੱਤਮ ਹੋ ਜਾਂਦੇ ਨੇ, ਕਿਉਂਕਿ ਉਹਨਾਂ 'ਚ ਗੁਣ ਚੰਗੇ ਆ ਜਾਂਦੇ ਨੇ। ਬ੍ਰਹਮ ਗਿਆਨੀ ਦੀ ਸੰਗਤ ਹੋ ਗਈ। ਕਿਵੇਂ? ਨੀਚ ਜਾਤ ਹਰ ਜਪਤਿਆਇ, ਉਤਮ ਪਦ ਵੀ ਪਾਏ। ਪੁੱਛੋ ਬਿਦਰਦਾਸੀ ਸੁਤੈ, ਕਿਸਨ ਉਤਰਿਆ ਘਰ ਜਿਸ ਜਾਏ। ਦੁਰਯੋਧਨ ਨੂੰ ਛੱਡ ਕੇ ਉਹ ਦਾਸੀ ਦੇ ਪੁੱਤ ਬਿਦਰ ਦੇ ਕਾਹਦੇ ਚਲਿਆ ਗਿਆ ਸੀ ਭਗਵਾਨ? ਗੁਰੂ ਨਾਨਕ ਮਲਕ ਭਾਗੋ ਨੂੰ ਛੱਡ ਕੇ ਭਾਈ ਲਾਲੋ ਦੇ ਕਿਉਂ ਚਲੇ ਗਏ ਸੀ? ਰਾਮ ਜੀ ਰਿਸ਼ੀਆਂ ਨੂੰ ਛੱਡ ਕੇ ਢੀਲਣੀ ਦੇ ਕਿਉਂ ਚਲੇ ਗਏ ਸੀ? ਬ੍ਰਹਮ ਗਿਆਨੀਆਂ ਦੀ ਸੰਗਤ ਹੈ, ਉਹਦਾ ਪ੍ਰਤਾਪ ਹੈ। ਤੋ ਇਸ ਕਰਕੇ ਉਹਨਾਂ ਤੱਤ ਵੇਤਿਆਂ ਦੇ ਬ੍ਰਹਮ ਗਿਆਨੀਆਂ ਦਾ ਹੁਕਮ ਹੈ, ਉਹ ਨੀਚ ਪੁਰਸ਼ ਵੀ ਉੱਤਮ ਹੋ ਜਾਂਦੇ। ਕਿਵੇਂ ਹੋ ਜਾਂਦੇ ਨੇ? ਤੇ ਇਹਦੇ 'ਚ ਇੱਕ ਇਤਿਹਾਸਕ ਤੱਥ ਜਿਹੜਾ ਹੈ, ਉਹ ਇਤਿਹਾਸ ਦੇ ਵਿੱਚ ਤਾਂ ਕਾਫੀ ਵੱਡੀ ਵਿਸਥਾਰ ਵਾਲੀ ਗੱਲ ਹੈ ਵੀ ਉਹਨੂੰ ਆਪਾਂ ਸੂਖਮ ਰੂਪ 'ਚ ਕਰ ਲੈਂਦੇ। ਗੁਰੂ ਅੰਗਦ ਦੇਵ ਜੀ ਮਹਾਰਾਜ ਤੇ ਮਹਾਰਾਜ ਸਾਹਿਬ ਜੀ ਦੇ ਲੰਗਰ ਜਿਹੜੇ ਸੀ, ਉਹਨਾਂ ਦੀ ਬੜੀ ਪ੍ਰਥਾ ਸੀ ਕਿ ਬਹੁਤ ਵੱਡੇ ਲੰਗਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ
ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਘਿਆਲੀ। ਖੀਰ ਦੇ ਵਿੱਚ ਵੀ ਘੀ ਪਾਇਆ ਜਾਂਦਾ ਸੀ। ਅਤੇ ਮਹਾਰਾਜ ਦੀ ਖੀਰ ਦੀ ਸੋਭਾ ਸੁਣ ਕੇ ਇਹ ਜ਼ਰੂਰੀ ਨਹੀਂ ਹੁੰਦਾ ਵੀ ਬ੍ਰਹਮ ਗਿਆਨ ਲੈਣ ਵਾਸਤੇ ਗੁਰੂ ਦੇ ਕੋਲ ਆਉਂਦੇ ਸੀ। ਲਾਈਕ ਇਹੋ ਜਿਹਾ ਭਾਈ ਵੀ ਆ ਗਿਆ ਜਿਹੜਾ ਖੀਰ ਦੀ ਸੋਭਾ ਸੁਣ ਕੇ ਖੀਰ ਖਾਣ ਵਾਸਤੇ ਆ ਗਿਆ। ਉਹਨੇ ਕਿਹਾ ਵੀ ਊਂ ਤਾਂ ਮੈਨੂੰ ਰੱਖਣਾ ਨਹੀਂ, ਸਿੱਖ ਬਣ ਗਿਆ, ਨਕਲੀ ਸਿੱਖ ਕਹਿ ਸਕਦੇ ਹਾਂ। ਚਲੋ ਇੱਕ ਉਹ ਕੋਠੜੀ ਰਹਿਣ ਵਾਸਤੇ ਮਿਲ ਗਈ, ਛੋਟੀਆਂ ਛੋਟੀਆਂ ਕੋਠੜੀਆਂ ਜਾਂ ਛੱਪਰੀਆਂ ਜੈਸਾ ਇੰਤਜ਼ਾਮ ਸੀ ਉਸ ਵੇਲੇ। ਖੀਰ ਖਾਇਆ ਕਰੇ, ਜਿੰਨੀ 4-5 ਸਿੱਖ ਛਕਣ, ਇਕੱਲਾ ਛਕ ਲਿਆ ਕਰੇ। ਹੁਣ ਖੀਰ ਸਵਾਦ ਹੁੰਦੀ ਸੀ, ਦੁੱਧ 'ਚ ਬਣੀ ਹੁੰਦੀ ਸੀ, ਘੀ ਵਿੱਚ ਪਾਇਆ ਹੁੰਦੇ। ਚੁੱਪ ਕਰਕੇ ਸਾਰੀ ਰਾਤ ਸੁੱਤਾ ਰਹਿਣਾ ਅਤੇ ਦਿਨ ਦੇ ਵਿੱਚ ਵੀ ਜਦੋਂ ਟਾਈਮ ਮਿਲ ਜਾਣਾ ਅਤੇ ਉਦੋਂ ਦਿਨ 'ਚ ਵੀ ਸੌਂ ਲੈਣਾ। ਅਤੇ ਸਿੱਖਾਂ ਨੇ ਕਿਹਾ ਬਾਬਾ ਬੁੱਢਾ ਸਾਹਿਬ ਨੂੰ, ਕਹਿੰਦੇ ਮਹਾਰਾਜ ਬਾਬਾ ਜੀ ਵੀ ਅਸੀਂ ਤਾਂ ਦੇਖੋ ਬੋਲ ਨਹੀਂ ਸਕਦੇ, ਤੁਸੀਂ ਗੁਰੂ ਦੇ ਨਜ਼ਦੀਕ ਹੋ, ਵੀ ਤੁਸੀਂ ਉਹ ਕਹਿ ਕੇ ਦੇਖ ਲਓ ਵੀ ਇਹ ਤਾਂ ਬਹੁਤ ਮਾੜੀ ਗੱਲ ਹੈ ਵੀ ਆ ਕੇ ਖੀਰ ਖਾਣਾ ਆਇਆ ਹੋਇਆ ਆਪਣੇ। ਕੱਖ ਨਹੀਂ ਕਰਦਾ, ਡੱਕਾ ਨਹੀਂ ਤੋੜਦਾ, ਨਾ ਸੇਵਾ ਕਰਦਾ, ਨਾ ਕਦੇ ਪਾਠ ਕਰਦਾ। ਬਾਬਾ ਬੁੱਢਾ ਸਾਹਿਬ ਜੀ ਨਾ ਚੱਲ ਕੇ ਨਿਮਰਤਾ ਉਹਦੇ ਕੋਲ ਗਏ, ਕਹਿੰਦੇ ਗੁਰਮੁਖਾ ਤੂੰ ਕਦੇ ਸੇਵਾ ਨਹੀਂ ਕਰਦਾ, ਝਾੜੂ ਕਦੇ ਨਹੀਂ ਮਾਰਦਾ, ਅਤੇ ਚਲੋ ਜੇ ਸੇਵਾ ਨਹੀਂ ਕਰਦਾ ਸਿਮਰਨ ਨੇ ਕਰ ਲਿਆ ਕਰ, ਤੂੰ ਤਾਂ ਸਿਮਰਨ ਵੀ ਨਹੀਂ ਕਰਦਾ। ਬਾਬਾ ਬੁੱਢਾ ਸਾਹਿਬ ਦੇ ਗਲ ਪੈ ਗਿਆ, ਕਹਿੰਦਾ ਮੈਂ ਗੁਰੂ ਦਾ ਸਿੱਖ ਹਾਂ, ਕਹਿੰਦਾ ਮੈਂ ਤੁਹਾਡਾ ਸਿੱਖ ਤਾਂ ਨਹੀਂ ਹਾਂ, ਮੈਂ ਗੁਰੂ ਦੇ ਆਖੇ ਲੱਗੂੰਗਾ, ਮੈਂ ਤੁਹਾਡੇ ਆਖੇ ਤਾਂ ਨਹੀਂ ਲੱਗਣਾ। ਗੁਰੂ ਮੈਨੂੰ ਕਹੂਗਾ ਮੈਂ ਸੇਵਾ ਕਰ ਲੂੰਗਾ। ਅਤੇ ਬਾਬਾ ਬੁੱਢਾ ਸਾਹਿਬ ਐਡੀ ਸ਼ਕਤੀ ਦੇ ਮਾਲਕ ਕਹਿੰਦੇ ਵੀ ਚਲੋ ਇਹਦਾ ਨਾ ਅਜੇ ਮਾੜਾ ਕਰਮ ਕੋਈ ਮੂਹਰੇ ਆ ਗਿਆ, ਨਹੀਂ ਤਾਂ ਚੰਗੀ ਗੱਲ ਤਾਂ ਬੰਦਾ ਮੰਨੇ ਲੈਂਦਾ। ਮਹਾਰਾਜ ਕਹਿੰਦੇ ਚਲੋ। ਬਾਬਾ ਬੁੱਢਾ ਸਾਹਿਬ ਕਹਿੰਦੇ ਭਾਈ ਕਿਵੇਂ ਹੀ ਕਰੋ, ਬਸ ਮੈਂ ਨਹੀਂ ਹੁਣ ਕਹਿਣਾ, ਇਹਨੂੰ ਇੱਕ ਵਾਰੀ ਕਹਿ ਲਿਆ। ਸਿੱਖਾਂ ਨੇ ਵੀ ਪਹਿਲਾਂ ਕਿਹਾ ਸੀ। ਅਤੇ ਬਾਬਾ ਬੁੱਢਾ ਸਾਹਿਬ ਨੇ ਜਿਹੜੇ ਬੋਲ ਕਹੇ ਸੀ ਨਾ, ਬੜੇ ਪਿਆਰੇ ਬੋਲ ਕਹੇ, ਕਹਿੰਦੇ ਗੁਰ ਸੰਗਤ ਮੈਂ ਪਲੋ ਰਹਾਵਨ, ਭਜਨ ਟਹਿਲ ਕਰ ਕਾਲ ਬਿਤਾਵਨ। ਭਜਨ ਤੇ ਟਹਿਲ ਵੇ ਬੈਠੇ ਦੇਹ ਕਾਜ ਕਿਸ ਆਏ, ਛੋਹੈ ਨਾ ਕੋਈ ਮਿਰਤ ਜਬ ਪਾਏ। ਦੇਹ ਨੂੰ ਛੋਹਣਾ ਵੀ ਨਹੀਂ, ਜਿਹੜੇ ਖੀਰ ਖਾ ਖਾ ਕੇ ਪਾਲਦਾ, ਜਦੋਂ ਮਰ ਗਿਆ ਨਾ ਕਹਿੰਦੇ ਕੋਈ ਸਪਰਸ਼ ਨਹੀਂ ਕਰਦਾ ਹੁੰਦਾ, ਮੁਰਦੇ ਤੋਂ ਡਰਦੇ ਨੇ। ਹੁਣ ਦੇਖੋ ਕਿੰਨੀ ਹਲਚਲ ਮਚੀ ਪਈ ਹੈ। ਤਾਂ ਉਹ ਫਿਰ ਸਮਾਂ ਲੰਘਦਾ ਗਿਆ ਅਤੇ ਇੱਕ ਦਿਨ ਖੀਰ ਦੀ ਪੰਗਤ ਲੱਗੀ ਆ, ਲੰਗਰ ਬਰਤਨ ਲੱਗਿਆ ਹੈ, ਅਤੇ ਉੱਚੀ ਉੱਚੀ ਸਤਨਾਮ ਵਾਹਿਗੁਰੂ ਦੀ ਆਵਾਜ਼ ਦੇ ਰਹੇ ਨੇ, ਅਤੇ ਗੁਰੂ ਸਾਹਿਬ ਵੀ ਸੰਗਤ 'ਚ ਆ ਕੇ ਬੈਠ ਗਏ। ਉਹ ਕੁਦਰਤੀ ਜਿੱਥੇ ਮਹਾਰਾਜ ਬੈਠੇ ਸਾਹਮਣੇ ਵਾਲੀ ਕੋਠੜੀ 'ਚ ਉਹ ਸੀ। ਉਹ ਜਦੋਂ ਸਤਨਾਮ ਦੀ ਆਵਾਜ਼ ਉੱਚੇ ਸੁਣਨ ਲੱਗੀ, ਉਹ ਵੀ ਅੱਖਾਂ ਮਲਦਾ ਬਾਸੀਆਂ ਲੈਂਦਾ ਬਾਹਰ ਨਿਕਲ ਆਇਆ, ਜਿਵੇਂ ਕੁੰਭ ਕਰਨ ਲੈਂਦਾ। ਹੁਣ ਸਾਹਮਣੇ ਬੈਠੇ ਸੱਚੇ ਪਾਤਸ਼ਾਹ, ਮੱਥਾ ਟੇਕਿਆ ਅਤੇ ਲੰਗਰ ਵਰਤਣ ਲੱਗਿਆ। ਮਹਾਰਾਜ ਕਹਿੰਦੇ ਗੁਰਮੁਖਾ ਕਦੇ ਦੇਖਿਆ ਨਹੀਂ ਤੂੰ? ਕਹਿੰਦਾ ਜੀ ਮੈਨੂੰ ਤਾਂ 6 ਮਹੀਨੇ ਹੋ ਗਏ, ਕਹਿੰਦਾ ਇੱਥੇ ਰਹਿੰਦੇ ਨੂੰ। ਅੱਛਾ ਕੀ ਕਰਦਾ ਹੁੰਦਾ ਤੂੰ? ਸੇਵਾ ਕਰਦਾ ਕੋਈ? ਜਾਣ ਦੇ ਪਹਿਲਾਂ ਵੀ ਸੀ ਮਹਾਰਾਜ, ਜਾਣ ਕੀ ਖੇਡ ਵਰਤਾਈ। ਅਤੇ ਕਹਿਣ ਲੱਗਾ ਜੀ ਮੈਨੂੰ ਤੋਂ ਤੁਸੀਂ ਸੇਵਾ ਕਦੇ ਕਹੀ ਨਹੀਂ ਹੈ, ਆਹ ਸਿੱਖ ਕਹਿੰਦੇ ਸੀ ਮੈਨੂੰ ਵੀ ਕਰਿਆ ਕਰ, ਕਹਿੰਦਾ ਮੈਂ ਇਹਨਾਂ ਦਾ ਸਿੱਖ ਥੋੜ੍ਹੀ ਹਾਂ, ਅਤੇ ਤੁਸੀਂ ਮੈਨੂੰ ਕੋਈ ਸੇਵਾ ਨਹੀਂ ਕਹੀ, ਅਤੇ ਇਸ ਕਰਕੇ। ਅਤੇ ਕਹਿੰਦਾ ਵੀ ਮੈਂ ਇਹਨਾਂ ਨੂੰ ਜਵਾਬ ਦੇ ਦਿੱਤਾ ਵੀ ਤੁਹਾਡਾ ਆਖਾ ਨਹੀਂ ਮੈਂ ਮੰਨਦਾ, ਮੈਨੂੰ ਗੁਰੂ ਸਾਹਿਬ ਕਹਿਣਗੇ ਅਤੇ ਮੈਂ ਮੰਨ ਲਊਂਗਾ। ਮਹਾਰਾਜ ਕਹਿੰਦੇ ਸਿੱਖਾ ਮੈਂ ਤੈਨੂੰ ਜਦ ਕਿਹਾ ਸੀ ਉਦੋਂ ਤਾਂ ਤੈਂ ਬਚਨ ਮੰਨਿਆ ਨਹੀਂ ਮੇਰਾ, ਹੁਣ ਕੀ ਮੰਨੇਗਾ ਤੂੰ? ਕਹਿੰਦਾ ਮਹਾਰਾਜ ਇਹ ਕਿਵੇਂ ਹੋ ਸਕਦਾ ਵੀ ਤੁਸੀਂ ਕਿਹਾ ਹੋਵੇ ਅਤੇ ਮੇਰੇ ਚੇਤੇ ਵੀ ਨਾ ਹੋਵੇ? ਨਾ ਨਾ ਨਾ, ਕਹਿੰਦਾ ਗੁਰੂ ਜੀ ਤੁਸੀਂ ਭੁੱਲ ਗਏ, ਮੈਨੂੰ ਨਹੀਂ ਕਿਹਾ ਤੁਸੀਂ, ਕਦੇ ਕਿਸੇ ਹੋਰ ਸਿੱਖ ਨੂੰ ਕਿਹਾ ਹੋਣਾ। ਮਹਾਰਾਜ ਕਹਿੰਦੇ ਕਿਹਾ ਸੀ, ਮੈਂ ਬਾਬੇ ਬੁੱਢੇ ਦੀ ਰਸਨਾ 'ਤੇ ਬਹਿ ਕੇ ਕਿਹਾ ਸੀ, ਉਹ ਮੇਰਾ ਹੀ ਰੂਪ ਹੈ, ਮੇਰਾ ਹੁਕਮ ਸੀ ਜਿਹੜਾ ਬਾਬੇ ਬੁੱਢੇ ਸਾਹਿਬ ਨੇ ਕਿਹਾ। ਉਹ ਬ੍ਰਹਮ ਗਿਆਨੀਆਂ ਦੇ ਹੁਕਮ ਦੇ ਵਿੱਚ ਤਾਂ ਸਾਰੇ ਆਕਾਰ ਹੋ ਜਾਂਦੇ, ਤੂੰ ਕਿਹੋ ਜਿਹਾ ਨਲਾਇਕ ਆ ਗਿਆ। ਇਸ ਕਰਕੇ ਬਈ ਮੈਂ ਹੁਣ ਤੈਨੂੰ ਕੀ ਸੇਵਾ ਕਰਾਂ? ਫਿਰ ਉਹਨੂੰ ਥੋੜ੍ਹੀ ਜਿਹੀ ਅਕਲ ਆਈ, ਫਿਰ ਪੈਰੀਂ ਡਿੱਗ ਕੇ ਕਹਿੰਦਾ ਮਹਾਰਾਜ ਵੀ ਮੇਰੇ ਤੋਂ ਭੁੱਲ ਹੋ ਗਈ, ਵੀ ਹੁਣ ਕਹਿੰਦੇ ਹੁਣ ਤੈਨੂੰ ਸੇਵਾ ਕੀ ਦੱਸਾਂ। ਮਹਾਰਾਜ ਨੇ ਦੇਖ ਲਿਆ ਵੀ ਉਮਰ ਤਾਂ ਰਹੇਗੀ 8 ਪਹਿਰ ਦੀ ਇਹਦੀ, ਕਹਿੰਦੇ ਹੁਣ ਤਾਂ ਸਮਾਂ ਹੀ ਲੰਘ ਗਿਆ ਤੇਰੇ ਕੋਲ। ਕਹਿੰਦਾ ਨਾ ਮਹਾਰਾਜ ਐਂ ਨਾ ਕਰੋ ਵੀ ਹੁਣ ਤੁਸੀਂ ਦਿਆਲੂ ਹੋ ਗਏ। ਕਹਿੰਦੇ ਗੁਰੂ ਜਿਹੜਾ ਵੀ ਆਉਂਦਾ ਉਹਦਾ ਭਲਾ ਕਰਨਾ ਚਾਹੁੰਦਾ ਹੈ, ਪਰ ਜੇ ਸਿੱਖੇ ਨਾ ਆਪਣਾ ਭਲਾ ਕਰਾਵੇ ਗੁਰੂ ਕੀ ਕਰੂਗਾ? ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੇ ਸਿੱਖ ਮੈਂ ਚੂਕ
ਅੰਧੇ ਏਕ ਨਾ ਲੱਗੀ ਜੋ ਬਾਂਸ ਵਜਾਈਆ ਫੂਕ। ਕਹਿੰਦੇ ਚੰਗਾ ਫਿਰ ਇੱਕ ਗੱਲ ਕਰਕੇ ਤੇਰਾ ਭਰਾ ਹੋ ਸਕਦਾ। ਕਹਿੰਦੇ ਜੀ ਦੱਸੋ। ਕਹਿੰਦੇ ਹੁਣੇ ਜਲਦੀ ਕਰ, ਜੰਗਲ ਚਲਿਆ ਜਾ, ਲੱਕੜਾਂ ਇਕੱਠੀਆਂ ਕਰ, ਲੱਕੜਾਂ ਇਕੱਠੀਆਂ ਕਰਕੇ ਆਪਣੀ ਚਿਖਾ ਬਣਾ ਕੇ, ਕਹਿੰਦੇ ਜਦੋਂ ਚੰਡਾ ਲਾਏਗਾ ਉਹਨੂੰ ਚੰਡਾ ਲਾ ਕੇ ਉਹਦੇ ਵਿੱਚ ਬਹਿ ਜਾ ਤੇ ਸੜ ਕੇ ਤੇਰੀ ਦੇਹ ਜਿਹੜੀ ਹੈ ਜਦੋਂ ਸੜ ਜਾਊਗੀ ਨਾ, ਤੇਰੇ ਜਨਮਾਂ ਜਨਮਾਤਰਾਂ ਦੇ ਪਾਪ ਮਿਟ ਕੇ ਜਾ ਤੈਨੂੰ ਗੁਰੂ ਨਾਨਕ ਦੇ ਦਰ 'ਤੇ ਪ੍ਰਵਾਨ ਹੋ ਜਾਏਗਾ। ਹੁਣ ਸੇਵਾ ਕਰਨ ਦਾ ਮੌਕਾ ਨਹੀਂ ਰਿਹਾ ਤੇ ਸਿਮਰਨ ਕਰਨ ਦਾ ਮੌਕਾ ਨਹੀਂ ਰਿਹਾ। ਹੁਣ ਹੁਕਮ ਮੰਨ ਕੇ, ਹੁਕਮ ਨੇ ਹੋਵੇ ਪ੍ਰਵਾਨ। ਗਿਆ ਰਸਤੇ 'ਚ ਪਹਿਲਾਂ ਤਾਂ ਬੁੜਬੁੜ ਕਰਦਾ ਗਿਆ, ਕਹਿੰਦਾ ਕਿਹੜੇ ਜਨਮ ਦਾ ਬਦਲਾ ਲੈ ਲਿਆ ਸਿੱਖਾਂ ਨੇ, ਕਿ ਇਹੋ ਜਿਹੇ ਹੁਕਮ ਵੀ ਗੁਰੂ ਤੋਂ ਦਵਾਈ ਦੇ ਹੁੰਦੇ ਨੇ। ਖੀਰ ਖਾਂਦੇ ਨੂੰ ਜਰਿਆ ਨਹੀਂ, ਕਿ ਇਹਨਾਂ ਦੇ ਕਿਹੜਾ ਘਰ ਤੋਂ ਆਉਂਦਾ ਦੁੱਧ, ਇਹਨਾਂ ਦੇ ਕਿਹੜਾ ਘਰ ਤੋਂ ਚੌਲ ਆਉਂਦੇ ਨੇ। ਬੁੜਬੁੜ ਕਰਦਾ ਗਿਆ, ਕ੍ਰੋਧ 'ਚ ਜਾ ਕੇ ਚਿਖਾ ਬਣਾ ਲਈ, ਚਿਖਾ ਬਣਾ ਕੇ ਅੱਗ ਲਾ ਲਈ। ਅੱਗ ਲਾ ਕੇ ਆਲੇ ਦੁਆਲੇ ਹੁਣ ਮਰਨ ਨੂੰ ਜੀ ਕਰਦਾ, ਚੱਕਰ ਕੱਟੀ ਜਾਂਦਾ ਆਲੇ ਦੁਆਲੇ। ਇੰਨੇ ਨੂੰ ਮੇਰਾ ਨਾਂ ਦਾ ਚੋਰ ਸੀ ਇਸ ਇਲਾਕੇ 'ਚ, ਬਹੁਤ ਮੰਨਿਆ ਪਰਮੰਨਿਆ ਚੋਰ ਸੀ। ਭਾਵੇਂ ਚੋਰ ਸੀ, ਗੁਰੂ ਤੇ ਭਾਵਨਾ ਸੀ, ਸੰਗਤ 'ਚ ਕਦੇ ਨਹੀਂ ਸੀ। ਚੋਰੀ ਕਰਕੇ ਆ ਤੇ ਪਿੱਛੇ ਲੱਗੇ ਵੇ ਨੂੰ ਉਸਦੇ ਸਿਪਾਹੀ। ਤੇ ਚਿਖਾ ਮਗਦੀ ਦੇਖ ਕੇ ਚੋਰ ਦਾ ਮਨ ਬਦਲ ਗਿਆ। ਉਹਨੇ ਕਿਹਾ ਵੀ ਵਿਚਾਰੇ ਦਾ ਨਾ ਕੋਈ ਸੰਬੰਧੀ ਮਰ ਗਿਆ। ਉਹ ਕੋਲ ਆ ਕੇ ਕਹਿੰਦਾ ਭਾਈ ਚਲੋ ਜੰਮਣਾ ਮਰਨ ਦਾ ਹੁਕਮ ਹੀ ਹੈ, ਮੈਂ ਸੁਣਿਆ ਵੀ, ਪਰ ਇਹ ਕਿਸ ਤਰ੍ਹਾਂ ਦੀ ਗੱਲ ਹੈ ਵੀ ਤੇਰੇ ਨਾਲ ਸੰਸਕਾਰ ਕਰਾਉਣ ਵਾਸਤੇ ਕੋਈ ਵੀ ਨਹੀਂ ਆਇਆ। ਕਹਿੰਦਾ ਕੀ ਗੱਲ ਹੋ ਗਈ, ਜਿਹਦਾ ਸੰਸਕਾਰ ਕਰ ਰਹੇ ਹਾਂ। ਕਹਿੰਦਾ ਵੀ ਕਿਵੇਂ ਭਾਣਾ ਵਰਤ ਗਿਆ, ਕਿਵੇਂ ਮਰਿਆ। ਜਿਹਦੀ ਚਿਖਾ ਮੱਚਦੀ ਹੈ ਉਹ ਤਾਂ ਕਹਿੰਦੇ ਚਿਖਾ ਦੇ ਵਿੱਚ ਹੀ ਨਹੀਂ ਹੈ। ਆਖੇ ਕਹਿੰਦਾ ਚਿਖਾ ਦੇ ਵਿੱਚ ਨਹੀਂ, ਇਹ ਫਿਰ ਚਿਖਾ ਕਿਹਦੀ ਮੱਚਦੀ ਹੈ। ਕਹਿੰਦਾ ਮੇਰੀ ਮੱਚਦੀ ਹੈ। ਮਤਲਬ ਕਹਿੰਦਾ ਜੀ ਆਹ ਗੱਲ ਹੈ, ਗੁਰਭਾਈਆਂ ਨੇ ਈਰਖਾ ਕਰਕੇ ਮੈਨੂੰ ਬਚਨ ਕਰਾ ਦਿੱਤਾ। ਕਹਿੰਦਾ ਗੁਰੂ ਕਹਿੰਦਾ ਸੜ ਕੇ ਮਰ ਜਾ। ਕਹਿੰਦਾ ਮੇਰਾ ਹੁਣ ਜੀ ਨਹੀਂ ਕਰਦਾ। ਹੁਣ ਕਹਿੰਦਾ ਔਖਾ ਸੌਖਾ ਦੇਖਦੇ ਹਾਂ ਕੀ ਬਣੂਗਾ। ਚੋਰ ਕਹਿੰਦਾ ਭਾਈ ਗੱਲ ਸੁਣ ਲੈ, ਆਹ ਮੇਰੇ ਕੋਲ ਕਹਿੰਦਾ ਮਾਲ ਹੈ, ਤੇਰੀਆਂ 3 ਪੁਸਤਾਂ ਤੋਂ ਨਹੀਂ ਮੁੱਕਣਾ। ਤੂੰ ਗੁਰੂ ਦਾ ਬਚਨ ਵੇਚ ਲੈ ਮੈਨੂੰ। ਲਾਲਚ ਜਾ ਗਿਆ। ਕਹਿੰਦਾ ਖੰਡੂਰ ਸਾਹਿਬ ਕੰਨੀ ਨੂੰ ਮੂੰਹ ਕਰ, ਹੇ ਗੁਰੂ ਨਾਨਕ ਦੇਵ, ਹੇ ਗੁਰੂ ਅੰਗਦ ਦੇਵ ਜੀ, ਜਿਹੜਾ ਬਚਨ ਮੈਨੂੰ ਭਲਾ ਹੋਣ ਦਾ ਕਿਹਾ ਸੀ ਇਹਨੂੰ ਮੇਰੇ ਨੂੰ ਮਿਲ ਜਾਏ। ਉਹਨੇ ਜਦ ਅਰਦਾਸ ਕਰਤੀ, ਸਮਾਨ ਲੈ ਲਿਆ। ਪਰ ਮੇਰੇ ਨੇ ਤਾਂ ਇੱਕ ਸ਼ਿਰਮਨੀ ਲਾਈ, ਕਹਿਣਾ ਮਨਾ ਸਾਰੀ ਜ਼ਿੰਦਗੀ ਪਾਪ ਕਰਮ ਕੀਤੇ ਨੇ, ਗੁਰੂ ਦਾ ਬਚਨ ਤੈਨੂੰ ਭਲਾ ਕਰ ਦੂ। ਕੀ ਇਹੋ ਜਿਹੇ ਜੀਵਨ ਤੋਂ ਜੇ ਜਿਉਂਦਾ ਰਿਹਾ ਫਿਰ ਵੀ ਤਾਂ ਚੋਰੀਆਂ ਹੀ ਕਰਨੀਆਂ, ਬਦਮਾਸ਼ੀਆਂ ਹੀ ਕਰਨ। ਮਾਰੀ ਛਾਲੋ ਦੇ ਵਿੱਚ ਅੱਗ ਦੀਆਂ ਲਾਟਾਂ ਉੱਪਰ ਤੋਂ ਤਾਂ ਬੈਠਾ ਦਿਸੇ ਨਹੀਂ ਸੀ। ਇੰਨੇ ਨੂੰ ਆ ਗਏ ਪੁਲਿਸ ਵਾਲੇ। ਪੁਲਿਸ ਵਾਲਿਆਂ ਨੇ ਫੜਿਆ ਤਾਂ ਸ਼ੱਕ ਦੇ ਆਧਾਰ 'ਤੇ ਸੀ, ਜਾਂ ਲਈ ਤਲਾਸ਼ੀ ਕੋਟਵਾਲ 'ਤੇ ਲੈ ਗਏ। ਤੇ ਕੋਟਵਾਲ 'ਤੇ ਲਿਜਾ ਕੇ ਕੋਟਵਾਲ 'ਤੇ ਕਰਿਓ ਉਗਾਰੀ, ਤਿੰਨ ਦੇਖਤ ਹੀ ਗਿਰਾ ਉਚਾਰੀ, ਛੀਨ ਲਿਓ ਤਿਸ ਕੋ ਸਭ ਮਾਲ। ਇਹਦਾ ਮਾਲ ਜਿਹੜਾ ਨਾ ਖੋਲੋ, ਫਾਸੀ ਦੋ ਜਾਏ ਤਤਕਾਲ, ਹੁਕਮ ਮਾਨ ਫਾਸੀ ਤਿਸ ਦੀਨਾ, ਮੂਰਖ ਮਰਿਓ ਧਰਮ ਤੇ ਹੀਨਾ। ਮਰ ਗਿਆ। ਤਜੈ ਬਾਕ ਧਰ ਲੋਭ ਵਿਸਾਲਾ, ਪਾਵੈ ਨਰਕ ਤੁਰਤ ਹੋਏ ਕਾਲਾ। ਮਰਨਾ ਤਾਂ 8 ਪਹਿਰਾਂ 'ਚ ਸੀ, ਮਰ ਵੀ ਗਿਆ, ਪਰ ਫਿਰ ਇਹ ਨੀਚ ਗਤੀ ਨੂੰ ਪ੍ਰਾਪਤ ਹੋ ਗਿਆ। ਹੁਕਮੀ ਹੁਕਮ, ਹੁਕਮੀ ਉੱਤਮ ਨੀਚ, ਉੱਤਮ ਤੋਂ ਨੀਚ, ਨੀਚ ਤੋਂ ਉੱਤਮ ਹੋ ਜਾਂਦੇ। ਤੇ ਉਧਰ ਜਿਹੜਾ ਸੀ ਉਹਦੇ ਬਾਰੇ ਭਾਈ ਸਾਹਿਬ ਨੇ ਕਹਿੰਦੇ, ਸੁਰਪੁਰ ਤੇ ਵਿਵਾਨ ਚਲ ਆਵਾ, ਸਾਦਰ ਕਹਿ ਤੁਰਤ ਚੜਾਵਾ, ਸੁਖ ਅਨੰਤ ਮਹਿ ਜਾਏ ਰਹਿਓ ਹੈ, ਗੁਰਬਚ ਤੇ ਅਗ ਦੇਹ ਦਇਓ ਹੈ, ਗੁਰਬਚਨ ਪਰ ਜਿਹ ਪ੍ਰਤੀਤ ਤਿਸੇ ਮਿਲੇ ਉੱਚੋ ਪਦ ਨੀਤ। ਉਹ ਜਿਹੜਾ ਮੇਰਾ ਨਾਮ ਦਾ ਚੋਰ ਸੀ ਤੇ ਹੁਕਮ ਮੰਨਿਆ ਹੋਵੇ ਪ੍ਰਮਾਣ ਤਾਂ ਖਸਮੇ, ਉਹ ਤਾਂ ਹੋਈ। ਗੁਰ ਸੰਤ ਤੇ ਲਾਭ ਤੇ ਗੁਰਮੁਖ ਦ੍ਰਿੜ ਮਤ ਹੋ ਜੋਏ, ਮਨਮੁਖ ਚੰਚਲ ਸਿੱਖ ਕੋ ਸਿੱਖੀ ਉਲਟੀ ਹੋਏ, ਮਹਿਮਾ ਸਤਿਗੁਰ ਬਚਨ ਕੀ ਦੇਖੋ ਪੁਨ ਪ੍ਰਮਾਨ, ਵਿਮੁਖ ਭਇਓ ਸਿੱਖ ਫਾਂਸ ਤਿਸ ਤਸਕਰ ਸਵਰਗ ਮਹਾਨ। ਤੋ ਇਸ ਕਰਕੇ ਹਿੰਦੀ ਦੀ ਤਾਰੀਖ ਵਿੱਚ ਇਹ ਵੀ ਇੱਕ ਲਿਖਿਆ, ਮਹਾਂਪੁਰਖਾਂ ਨੇ ਜ਼ਿਕਰ ਕੀਤਾ ਹੈ, ਕਹਿੰਦੇ ਵੀ ਅੱਗ ਨੇ ਸਾੜਿਆ ਨਹੀਂ ਸੀ ਉਹਨੂੰ। ਭਾਈ ਸੰਤੋਖ ਸਿੰਘ ਨੇ ਕਿਹਾ ਸਾੜਿਆ ਸੀ, ਉਹ ਸੱਚਖੰਡ ਚਲਾ ਗਿਆ। ਕਹਿੰਦੇ ਫਿਰ ਜਦੋਂ ਅੱਗ ਨੇ ਸਾੜਿਆ ਹੀ ਨਾ, ਚਿਖਾ ਬੁਝ ਗਈ, ਤੇ ਉੱਥੋਂ ਫਿਰ ਉਹ ਮਹਾਰਾਜ ਸਾਹਿਬ ਦੇ ਕੋਲ ਆ ਗਿਆ। ਕਹਿੰਦਾ ਗਰੀਬ ਨਵਾਜ਼, ਸ਼ਰਧਾ ਤਾਂ ਮੈਨੂੰ ਪਹਿਲਾਂ ਵੀ ਸੀ, ਚਾਹੇ ਮੈਂ ਤੁਹਾਡੇ ਕੋਲ ਨਹੀਂ ਆਇਆ, ਆਹ ਮੈਂ ਤੁਹਾਡਾ ਬਚਨ ਲੈ ਲਿਆ ਸੀ, ਮੈਨੂੰ ਅੱਗ ਨੇ ਨਹੀਂ ਸਾੜਿਆ। ਕਹਿੰਦੇ ਮੇਰੇ ਪਹਿਲਾਂ ਤਾਂ ਲੋਕਾਂ ਦੀਆਂ ਗਾਵਾਂ ਮੱਝਾਂ ਜੋ ਨੁਕਸਾਨ ਕੀਤਾ ਉਹਨਾਂ ਦਾ ਮੋੜ ਕੇ ਆ, ਤੇ ਮੁੜ ਕੇ ਫਿਰ ਤੈਨੂੰ ਸਿੱਖੀ ਦਿਆਂਗੇ। ਕਹਿੰਦੇ ਫਿਰ ਇਹ 21 ਪਾਠ ਜਪਜੀ ਸਾਹਿਬ ਦੇ ਕਰਦਾ ਹੁੰਦਾ ਸੀ, ਬ੍ਰਹਮ ਗਿਆਨ ਨੂੰ ਪ੍ਰਾਪਤ ਹੋਇਆ।
ਹੁਣ ਇਹ ਤਾਂ ਨੀਚ ਤੋਂ ਉੱਤਮ ਬਣ ਗਿਆ, ਤੇ ਉੱਤਮ ਤੋਂ ਨੀਚ, ਨੀਚ ਤੋਂ ਉੱਤਮ, ਇਸ ਤਰ੍ਹਾਂ ਦੀ ਗਤੀ ਜਿਹੜੀ ਹੈ ਨਾ। ਤੇ ਹੁਕਮ ਲਿਖ ਦੁੱਖ ਸੁੱਖ ਪਾਈਏ। ਹੁਕਮ ਦੇ ਵਿੱਚ ਲਿਖਿਆ ਹੋਵੇ ਦੁੱਖ ਮਿਲਣਾ, ਹੁਕਮ ਲਿਖ ਦੁੱਖ, ਦੁੱਖ ਲਿਖਿਆ ਹੋਵੇ। ਜੇ ਬ੍ਰਹਮ ਗਿਆਨੀ ਦੇ ਵਚਨ ਮੰਨ ਲਈਏ ਸੁੱਖ ਪਾਈ ਹੈ, ਜੇ ਗੁਰੂ ਦਾ ਵਚਨ ਮੰਨ ਲੈਂਦਾ ਉਹਨੂੰ ਸੁੱਖ ਪ੍ਰਾਪਤ ਹੋ ਜਾਣਾ ਸੀ। ਇਕ ਨਾ ਹੁਕਮੀ ਬਖਸ਼ੀਸ, ਇਕ ਹੁਕਮੀ ਸਦਾ ਭਵਾਈ ਹੈ। ਤੇ ਇੱਕ ਨੂੰ ਭਾਈ ਹੁਕਮ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਦੀ ਬਖਸ਼ੀਸ਼ ਕੀ ਹੈ, ਬਖਸ਼ਿਸ਼ ਹੋ ਜਾਂਦੀ ਹੈ, ਵਡਿਆਈਆਂ ਮਿਲਦੀਆਂ ਨੇ। ਇੱਕ ਨੂੰ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈ ਹੈ। ਤੇ ਇੱਕ ਉਹ ਜਿਹੜੇ ਬ੍ਰਹਮ ਗਿਆਨੀ ਦੇ ਹੁਕਮ ਦੁਆਰਾ ਵਿਦਿਆ ਦੀ, ਆਤਮ ਆਨੰਦ ਦੀ ਬਖਸ਼ਿਸ਼ ਮਿਲ ਜਾਂਦੀ ਹੈ। ਜਿਵੇਂ ਭਾਈ ਸੰਗਤੀਏ ਨੂੰ ਮਿਲ ਗਈ ਸੀ, ਭਾਈ ਸੰਗਤੀਏ ਨੂੰ ਬਖਸ਼ਿਸ਼ ਮਿਲੀ ਨਾ, ਬੜਾ ਭਾਰੀ ਪ੍ਰਸੰਗ ਉਸ ਦਾ ਹੁੰਦਾ ਹੈ। ਤੇ ਇੱਕ ਤਰਖਾਣ ਸਿੱਖ ਸੀ ਮਹਾਰਾਜ ਦਾ, ਉਹਦੇ ਔਲਾਦ ਨਹੀਂ ਸੀ ਹੁੰਦੀ, ਔਲਾਦ ਹੁੰਦੀ ਸੀ ਮਰ ਜਾਂਦੀ ਸੀ। ਉਹਨੇ ਸੰਗਤ ਤੋਂ ਅਰਦਾਸ ਕਰਾਈ ਗੁਰੂ ਨਾਨਕ ਸਾਹਿਬ ਦੇ ਚਰਨ। ਸੰਗਤ ਨੇ ਅਰਦਾਸ ਕਰ ਦਿੱਤੀ ਵੀ ਇਹਦੇ ਪੁੱਤਰ ਜਿਉਂਦਾ ਰਹੇ। ਉਹਦਾ ਪੁੱਤਰ ਹੋਇਆ ਤੇ ਜਿਉਂਦਾ ਰਿਹਾ, 12 ਸਾਲ ਦਾ ਹੋ ਗਿਆ। ਮਹਾਰਾਜ ਨੂੰ ਲੱਭਦਾ ਫਿਰੇ ਵੀ ਕਿੱਥੇ ਨੇ ਗੁਰੂ ਨਾਨਕ ਸਾਹਿਬ। ਮਹਾਰਾਜ ਭਾਈ ਬਾਲੇ ਮਰਦਾਨੇ ਸਮੇਤ ਅਚਲ ਸਾਹਿਬ, ਜਿੱਥੇ ਗੁਰਦੁਆਰਾ ਬਣਿਆ ਅਚਲ ਬਟਾਲੇ, ਉੱਥੇ ਆਏ ਹੋਏ ਸੀ ਸ਼ਿਵਰਾਤਰੀ ਦੇ ਮੇਲੇ 'ਤੇ। ਸਿੱਧਾਂ ਨਾਲ ਬਹਿਸ ਹੋਈ, ਸਿੱਧਾਂ ਦੇ ਬੜੀਆਂ ਗੋਸ਼ਟਾਂ ਵੀ ਹੋਈਆਂ। ਉਹਨੇ ਸ਼ਕਤੀਆਂ ਦਿਖਾ ਕੇ, ਨੇਰੀ ਚਲਾ ਕੇ, ਗੜੇ ਪਵਾ ਕੇ, ਜਾਨਵਰ ਮਰ ਗਏ, ਬਿਰਸ਼ ਟੁੱਟ ਗਏ, ਹਨੇਰੀ ਆਈ। ਮਹਾਰਾਜ ਨੇ ਸਾਰੇ ਸਿੱਧਾਂ ਦੀ ਸ਼ਕਤੀ ਖਿੱਚ ਲਈ। ਭਾਈ ਅਜੀਤੇ ਨੇ ਸੋਚਿਆ ਵੀ ਇਹ ਮੈਂ ਪਰਉਪਕਾਰ ਕਰਾਂ। ਉਹ ਸਰੋਵਰ ਦੇ ਪਾਣੀ ਦੇ ਉੱਤੇ ਚਾਦਰਾ ਵਿਛਾ ਕੇ ਭਾਈ ਅਜੀਤਾ ਉਂ ਬੈਠ ਗਿਆ ਜਿਵੇਂ ਧਰਤੀ 'ਤੇ ਚੌਂਕੜਾ ਮਾਰ ਕੇ ਕੋਈ ਬੈਠਾ ਹੁੰਦਾ। ਜਾਨਵਰ ਫੜਦਾ ਵਾਹਿਗੁਰੂ ਸਤਨਾਮ, ਸਾਰੇ ਜਾਨਵਰ ਜਿਉਂਦੇ ਕਰੀ ਜਾਂਦਾ। ਤੇ ਗੁਰੂ ਨਾਨਕ ਸਾਹਿਬ ਸਿੱਧ ਬੈਠੇ ਨਾਲੇ ਦੁਆਲੇ, ਜਿਵੇਂ ਜਵਾਰੀਆ ਧਨ ਹਾਰ ਕੇ ਬੈਠਾ ਹੁੰਦਾ। ਕਰਾਮਾਤ ਹੈ ਨਹੀਂ, ਕੋਈ ਖਾਲੀ ਹੋਏ ਬੈਠੇ। ਮਹਾਰਾਜ ਕਹਿੰਦੇ ਆਹ ਕਿਹੜਾ ਆ ਗਿਆ ਬਈ ਕਰਾਮਾਤ ਵਾਲਾ, ਜਿਹੜੇ ਜਾਨਵਰ ਜਿਉਂਦੇ ਕਰਦਾ। ਉਹ ਗੋਰਖਨਾਥ ਆਦਿ ਕਹਿੰਦੇ ਜੀ ਸਾਡੇ 'ਚ ਤਾਂ ਬਲੇ ਨਹੀਂ ਕੋਈ ਰਿਹਾ, ਇਹ ਤਾਂ ਤੁਹਾਡਾ ਹੀ ਚੇਲਾ ਹੈ। ਮਹਾਰਾਜ ਕਹਿੰਦੇ ਕਿਹੜਾ? ਕਹਿੰਦੇ ਇਹ ਅਜਿੱਤਾ ਰੰਧਾਵਾ ਹੈ। ਮਹਾਰਾਜ ਨੇ ਉਹਦੀ ਵੀ ਸ਼ਕਤੀ ਖਿੱਚ ਲਈ, ਉੱਠ ਕੇ ਖਾਲੀ ਜਾ ਹੋ ਕੇ ਉਹ ਵੀ ਆ ਗਿਆ। ਇੰਨੇ ਨੂੰ ਮਿਸਤਰੀ ਲੱਭਦਾ ਉੱਥੇ ਆ ਗਿਆ ਪੁੱਤਰ ਨੂੰ ਰੱਖ ਕੇ। 12 ਸਾਲ ਦਾ ਪੁੱਤਰ ਮਹਾਰਾਜ ਤੁਹਾਡੀ ਕਿਰਪਾ ਨਾਲ ਬਚਿਆ, ਇਹਨੂੰ ਹੁਣ ਆਪਣੀ ਇਮਾਨਤ ਨੂੰ ਸਾਂਭ ਲਓ। ਮਹਾਰਾਜ ਕਹਿੰਦੇ ਅਸੀਂ ਸਾਂਭ ਲਈ ਇਮਾਨਤ। ਕਹਿੰਦੇ ਬੱਚਾ ਤੂੰ ਆਗਿਆ 'ਚ ਰਹੇਗਾ? ਕਹਿੰਦੇ ਮਹਾਰਾਜ ਜੋ ਹੁਕਮ ਕਰੋਗੇ, ਮੈਂ ਤਾਂ ਜੰਮੇ ਹੀ ਤੁਹਾਡੇ ਹੁਕਮ 'ਚ। ਮਹਾਰਾਜ ਕਹਿੰਦੇ ਅੱਛਾ ਫਿਰ ਇੱਕ ਹੁਕਮ ਮੰਨ। ਪਿਓ ਪੁੱਤਾਂ ਨੂੰ ਕਹਿੰਦੇ ਨੇ ਮਹਾਰਾਜ ਗੁਰੂ ਨਾਨਕ ਸਾਹਿਬ, ਅਚਲ ਦੀ ਗੱਲ ਹੈ। ਕਹਿੰਦੇ ਲੱਕੜਾਂ ਇਕੱਠੀਆਂ ਕਰਕੇ, ਕਹਿੰਦੇ ਚਿਖਾ ਬਣਾ ਕੇ ਉਹਦੇ ਵਿੱਚ ਬਹਿ ਜਾਏ, ਮੇਰਾ ਹੁਕਮ ਹੈ। ਪਿਓ ਪੁੱਤਾਂ ਨੇ ਲੱਕੜਾਂ ਇਕੱਠੀਆਂ ਕੀਤੀਆਂ, ਚੰਡਾ ਲਾਇਆ ਤੇ ਬੱਚਾ ਉਹਦੇ ਵਿੱਚ ਬੈਠ ਗਿਆ। ਉਹਦੇ ਵਿੱਚ ਬੈਠ ਗਿਆ ਜਿਸ ਵੇਲੇ, ਅੱਗ ਦੀਆਂ ਲਾਟਾਂ ਜਿਹੜੀਆਂ ਉਹ ਫਿਰ ਅੰਬਰਾਂ ਨੂੰ ਛੋਹ ਗਈਆਂ। ਤੇ ਉੱਥੇ ਲਿਖਿਆ ਇਤਿਹਾਸ ਵੀ 4 ਘੰਟੇ ਅੱਗ ਦੇ ਵਿੱਚ ਅੱਗ ਲਾਟਾਂ ਚੱਕ ਕੇ ਬੁਝ ਵੀ ਗਈ। ਸਵਾ ਜਾਮ ਬੈਠਿਓ ਜਬ ਰਹਿਓ, ਸਭਨ ਦੇਖ ਅਚਰਜ ਉਰ ਲਹਿਓ। ਸਿੱਧ ਵੀ ਹੈਰਾਨ ਹੋ ਰਹੇ ਨੇ। ਪਰਮ ਪ੍ਰਸਿੱਧ ਭਏ ਗੁਣਖਾਨੀ। ਕਹਿੰਦੇ ਪਹਿਲੇ ਦਿਨ ਆਇਆ ਸਿੱਖ, ਬੱਚਾ 12 ਸਾਲ ਦਾ, ਇੰਨੀ ਆ ਗਿਆ, ਇੰਨਾ ਆ ਗਿਆ ਕਰ ਕਰਨ ਕਿਰਤਾਰਥ ਉਚਰੀ ਬਾਨੀ। ਕੀ ਕਹਿੰਦੇ ਨੇ ਬੱਚੇ? ਜਨਮ ਮਰਨ ਤੇ ਰਹਿਤ ਪਾ, ਟੂਟ ਗਏ ਜਮਜਾਲ। ਨਿਕਸੋ ਆਵੋ ਬਹਿਰਤੋ, ਅਬ ਤੇ ਸਦਾ ਨਿਹਾਲ। ਪੁੱਤਰਾ ਨਿਹਾਲ ਹੋ ਗਿਆ, ਆ ਜਾ ਹੁਣ ਤੂੰ ਬਾਹਰ। ਅੱਗ ਨਹੀਂ ਸਾੜਿਆ ਹੀ ਨਹੀਂ, ਰੋਮ ਬਣੀ ਸਾੜਿਆ, ਜਲ ਨਹੀਂ ਡੂਬੇ ਤਸਕਰ ਨਹੀਂ ਲੈ, ਭਾਏ ਨਾ ਸਕੇ ਜਾਲੇ। ਤੇ ਜਦੋਂ ਮਹਾਰਾਜ ਸਾਹਿਬ ਦੇ ਕੋਲ ਆ ਗਿਆ, ਗਰੀਬ ਨਿਵਾਜ ਸਤਿਗੁਰੂ ਕਹਿੰਦੇ ਪੁੱਤਰਾ ਤੇਰੇ ਤੇ ਮੈਂ ਬਹੁਤ ਖੁਸ਼ ਹਾਂ। ਕਹਿੰਦੇ ਹੁਣ ਮੰਗ ਲੈ ਜੋ ਕੁਛ ਮੰਗਣਾ ਹੈ, ਚਾਹੇ 3 ਲੋਕਾਂ ਦਾ ਰਾਜ ਮੰਗ ਲੈ, ਇੰਦਰਪੁਰੀ ਦੀ, ਸਵਰਗਪੁਰੀ ਦਾ ਰਾਜ ਮੰਗ ਲੈ, ਮੈਂ ਤੈਨੂੰ ਹੁਣੇ ਦੇਣ ਨੂੰ ਤਿਆਰ ਹੈ। ਕਹਿੰਦਾ ਮਹਾਰਾਜ 12 ਸਾਲ ਦਾ ਬੱਚਾ ਹੈ। ਕਹਿੰਦਾ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਆਪਣਾ ਬਣਾ ਲਿਆ ਹੋਵੇ ਉਹਨੂੰ ਲੋੜ ਹੈ ਜੀ ਹੋਰ ਮੰਗਣ ਦੀ ਕੁਛ? ਮੈਨੂੰ ਨਹੀਂ ਮਹਾਰਾਜ ਕੁਛ ਵੀ ਚਾਹੀਦਾ। ਮਹਾਰਾਜ ਕਹਿੰਦੇ ਮੇਰੇ ਹਿਰਦੇ 'ਚ ਹੈ ਵੀ ਮੈਂ ਤੈਨੂੰ ਕੁਛ ਦਿਆਂ। ਨਹੀਂ ਮਹਾਰਾਜ ਬਸ ਮੈਨੂੰ ਆਪਣਾ ਹੀ ਬਣਾ ਕੇ ਰੱਖਿਓ। ਕਹਿੰਦੇ ਤੀਸਰਾ ਬਚਨ ਹੈ ਮੇਰੀ ਖੁਸ਼ੀ ਵਾਸਤੇ ਮੰਗ ਲੈ। ਕਹਿੰਦਾ ਸਤਿਵਚ। ਕਹਿੰਦਾ ਗਰੀਬ ਨਿਵਾਜ, ਆਹ ਜਿਹੜੇ ਸਿੱਧ ਬੈਠੇ ਨੇ ਬੜੀਆਂ ਬੜੀਆਂ ਕਰਾਮਾਤਾਂ ਵਾਲੇ, ਆਹ ਜਿੱਤਾ ਰੰਧਾਵਾ ਬੈਠਾ ਹੈ, ਇਹ ਮਹਾਰਾਜ ਸ਼ਕਤੀ ਗਵਾ ਕੇ ਨਾ ਇਹ ਬਹੁਤ ਨਿੰਮ ਚੁਣੇ ਹੋਏ ਬੈਠੇ ਨੇ। ਤੁਹਾਡਾ ਦਰ ਹੈ, ਖੁਸ਼ ਕਰ ਦਿਓ ਜਿਹੜਾ ਤੁਹਾਡੇ ਚਰਨਾਂ 'ਚ ਆਉਂਦਾ। ਤੁਸੀਂ ਤਾਂ ਹੋ ਮਹਾਰਾਜ ਸਮੁੰਦਰ। ਇਹਨਾਂ ਦੇ ਕੋਲ 1 ਬੂੰਦ ਪਾਣੀ ਦੀ ਸੀ ਕਰਾਮਾਤ ਦੀ।
ਜੇ ਸਮੁੰਦਰ ਦੇ ਵਿੱਚ ਬੂੰਦ ਪਾ ਦਈਏ ਸਮੁੰਦਰ ਵੱਧਦਾ ਨਹੀਂ, ਜੇ ਬੂੰਦ ਕੱਟ ਲਈਏ ਸਮੁੰਦਰ ਘਟਦਾ ਨਹੀਂ। ਤੁਸੀਂ ਮਹਾਰਾਜ ਜੇ ਮੈਨੂੰ ਇਹ ਅਧਿਕਾਰ ਦਿੱਤਾ ਵੀ ਕੁਛ ਦੇਣਾ ਚਾਹੁੰਦੇ ਹੋ, ਕਹਿੰਦੇ ਮਹਾਰਾਜ ਮੇਰੀ ਬੇਨਤੀ ਮੰਨ ਕੇ ਇਹਨਾਂ ਦੀਆਂ ਕਰਾਮਾਤਾਂ ਮੋੜ ਦਿਓ ਸਾਰਿਆਂ ਦੀਆਂ। ਜਿਹੜੇ ਸਿੱਧ ਬੜੇ ਬੜੇ ਆਪਣੇ ਆਪ ਨੂੰ ਹੰਕਾਰੀ, ਅੱਖਾਂ 'ਚ ਪਾਣੀ ਆ ਗਿਆ ਜਿੰਨੀ ਸੰਗਤ ਬੈਠੀ, ਕਹਿੰਦੇ ਓਹੋ, ਕਹਿੰਦੇ ਨਿੱਕਾ ਜਿਹਾ ਬੱਚਾ ਇੰਨੀ ਮਾਰੇ, ਕਹਿੰਦੇ ਬੱਚੇ ਤੇਰਾ ਬਚਨ ਤਾਂ ਮੈਂ ਮੋੜਦਾ ਨਹੀਂ, ਪਰ ਤੈਨੂੰ ਪਤਾ ਵੀ ਇਹ ਖਰਾਬੀਆਂ ਕਰਦੇ ਸੀ। ਇਹਨਾਂ ਨੇ ਹੁਕਮ ਨਹੀਂ ਮੰਨਿਆ ਰੱਬ ਦਾ, ਜਾਨਵਰ ਮਾਰ ਦਿੱਤੇ ਸਿੱਧਾ ਨੇ। ਆਹ ਬੈਠਾ ਮੇਰਾ ਚੇਲਾ, ਇਹਨੇ ਹੁਕਮ ਨਹੀਂ ਮੰਨਿਆ, ਜਿਉਂਦੇ ਕਰ ਦਿੱਤੇ। ਮਾਰਨਾ ਵੀ ਸ਼ਕਤੀ ਦੇ ਨਾਲ ਹੁਕਮ ਤੋਂ ਬਾਹਰ, ਜਿਉਂਦਾ ਕਰਨਾ ਵੀ ਹੁਕਮ ਤੋਂ ਬਾਹਰ। ਇਹ ਰਜਾ ਤੋਂ ਬਾਹਰ ਨੇ ਸਾਰੇ। ਪਰ ਚੰਗਾ ਮਾਰੇ ਬੁੱਕਲ 'ਚ ਲਿਆ, ਕੁੱਟ ਕੇ ਛਾਤੀ ਨਾਲ, ਕਹਿੰਦੇ ਪੁੱਤਰਾ ਤੇਰਾ ਕਿਹਾ ਨਹੀਂ ਮੋੜਦਾ, ਜਾ ਇਹਨਾਂ ਦੀਆਂ ਸ਼ਕਤੀਆਂ ਮੋੜੀਆਂ। ਪਰ ਇੱਕ ਗੱਲ ਹੈ, ਇਹਨਾਂ ਸਾਰਿਆਂ ਤੋਂ ਵੱਡੀਆਂ ਸ਼ਕਤੀਆਂ ਤੈਨੂੰ ਦਿੱਤੀਆਂ। ਕਦੇ ਆਹ ਕੰਮ ਨਹੀਂ ਕਰਨਾ, ਤੇਰੇ ਸਮਝ ਆ ਗਈ ਨਾ? ਕਹਿੰਦਾ ਮਹਾਰਾਜ ਆ ਗਈ। ਕਹਿੰਦੇ ਹੁਣ ਤੂੰ ਆਪਣੇ ਪਿਤਾ ਦੇ ਨਾਲ ਜਾ, ਤੇਰੀ ਬੰਸ ਵੀ ਚੱਲਦੀ ਰਹੂ, ਤੂੰ ਹੁਣ ਜਾ ਕੇ ਫਿਰ ਤੁਰ ਕੇ ਪ੍ਰਚਾਰ ਕਰ। ਤੋ ਇਸ ਕਰਕੇ ਮਹਾਰਾਜ ਸਾਹਿਬ ਨੇ ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈ ਹੈ, ਇੱਕ ਨਾ ਹੁਕਮੀ ਬਖਸ਼ੀਸ਼। ਇੱਕ ਹੁਕਮ ਦੇ ਵਿੱਚ ਇਸ ਤਰ੍ਹਾਂ ਬਖਸ਼ੇ ਜਾਂਦੇ ਨੇ। ਇੱਕ ਹੁਕਮੀ ਸਦਾ ਭਵਾਈ ਹੈ। ਇੱਕ ਉਹਨਾਂ ਬ੍ਰਹਮ ਗਿਆਨੀਆਂ ਦੇ ਹੁਕਮ ਨੂੰ ਮੰਨ ਕੇ ਮਨ ਨੂੰ ਸਦਾ ਹਮੇਸ਼ਾ ਸੰਸਾਰ ਵੱਲੋਂ ਭਵਾਈਏ ਦਾ ਭਾਵ ਹੈ ਫੇਰ ਲੈਂਦੇ ਹਨ। ਸੰਸਾਰ ਵੱਲੋਂ ਫੇਰ ਕੇ ਪਰਮੇਸ਼ਰ ਦੇ ਸਨਮੁਖ ਕਰ ਲੈਂਦੇ ਨੇ। ਜੋ ਹੁਕਮ ਨਹੀਂ ਮੰਨਦੇ ਉਹ ਜੰਮਣ ਮਰਨ ਦੇ ਵਿੱਚ ਭਵਾਈ ਹੈ, ਚੱਕਰ ਕੱਟਦੇ ਫਿਰਦੇ ਹਨ। ਜੈਸਾ ਕਿ ਆਵੈ ਜਾਏ ਭਵਾਈ ਹੈ ਜੋਨੀ, ਰਹਿਣ ਨਾ ਕਿਤੇ ਥਾਂ ਪਿਆ। ਇਹ ਵਿਚਾਰਾ ਮਹਾਰਾਜ ਸੁਣਾਉਂਦੇ ਹਨ। ਹਾਂਜੀ ਬੋਲੋ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਤੇ ਹੁਕਮ ਦੇ ਵਿੱਚ ਬ੍ਰਹਮ ਗਿਆਨੀਆਂ ਦੇ ਸਭ ਕੋ ਸਾਰੇ ਨੇ, ਹੁਕਮ ਤੋਂ ਬਾਹਰ ਕੋਈ ਨਹੀਂ ਹੈ। ਬ੍ਰਹਮ ਗਿਆਨੀ ਦੇ ਹੁਕਮ ਤੋਂ ਬਾਹਰ, ਹੁਕਮ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਇਸ ਕਰਕੇ ਬ੍ਰਹਮ ਗਿਆਨੀਆਂ ਦੇ ਹੁਕਮ ਦੇ ਵਿੱਚ ਸਾਰੇ ਜੀਵ, ਦੂਸਰੇ ਦਾ ਅਰਥ ਹੈ ਕਿ ਜਿੰਨੇ ਇੰਦਰੀ ਨੇ, ਗਿਆਨ ਇੰਦਰੀ, ਕਰਮ ਇੰਦਰੀ, ਪ੍ਰਾਣ ਆਦਿਕ, ਇਹ ਬ੍ਰਹਮ ਗਿਆਨੀਆਂ ਦੇ ਹੁਕਮ ਤੋਂ ਬਾਹਰ ਦੇਹ ਦਾ ਕੋਈ ਇੰਦਰਾ ਆਪਣੀ ਮਰਜ਼ੀ ਨਹੀਂ ਕਰ ਸਕਦਾ। ਤੇ ਜਿਹੜੇ ਬ੍ਰਹਮ ਗਿਆਨੀ ਦਾ ਹੁਕਮ ਮੰਨਦੇ ਨੇ, ਕੋਈ ਜਗਿਆਸੂ, ਉਹਨਾਂ ਦੇ ਹੁਕਮ ਤੋਂ ਬਾਹਰ ਹੋ ਕੇ ਫਲ ਨਹੀਂ ਮਿਲਦਾ। ਜੇ ਕੋਈ ਲਾਭ ਉਠਾਇਆ ਤਾਂ ਬ੍ਰਹਮ ਗਿਆਨੀ ਦੇ ਹੁਕਮ ਮੰਨ ਕੇ ਹੀ ਉਠਾਇਆ। ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਧਰੀਏ, ਉਹ ਤਰ ਜਾਂਦਾ ਹੈ। ਨਾਨਕ ਹੁਕਮ ਹੈ ਜੇ ਬੁੱਝੈ, ਤਾਂ ਹਉਮੈ ਕਹੈ ਨਾ ਕੋਏ। ਮਹਾਰਾਜ ਸਾਹਿਬ ਜੀ ਦੂਸਰੇ ਅਰਥ ਦੀ ਸਮਾਪਤੀ ਕਰਦੇ ਹਨ ਵੀ ਜਿਹੜਾ ਮਹਾਰਾਜ ਸਾਹਿਬ ਜੀ ਕਹਿੰਦੇ ਕੋਈ ਜਗਿਆਸੂ ਉਹਨਾਂ ਦੇ ਹੁਕਮ ਨੂੰ ਬੁੱਝੇ ਸਮਝ ਲਵੇ, ਤਾਂ ਪੁਰਖ ਹੰਗਤਾ ਮਮਤਾ ਨਹੀਂ ਕਰਦਾ। ਫਿਰ ਹੰਗਤਾ ਮਮਤਾ ਦੇ ਬਚਨ ਨਹੀਂ ਬੋਲਦਾ, ਮੁਕਤ ਹੋ ਜਾਂਦਾ ਹੈ। ਇਉਂ ਹੰਗਤਾ ਮਮਤਾ ਤੋਂ ਬਚ ਜਾਂਦਾ ਹੈ, ਰਾਗ ਦਵੇਸ਼ ਤੋਂ ਪਰੇ ਚਲਿਆ ਜਾਂਦਾ ਹੈ। ਤੋ ਇਸ ਕਰਕੇ ਇਹ ਬ੍ਰਹਮ ਗਿਆਨੀਆਂ ਤੇ ਅਰਥ ਸੀ ਜਿਹੜਾ ਆਪ ਜੀ ਨੇ ਸੁਣਿਆ। ਹੁਣ ਤੀਸਰਾ ਅਰਥ ਜਗਿਆਸੂ ਪ੍ਰਤੀ ਹੈ, ਤੇ ਇਹਦੇ ਦਾ ਬਹੁਤਾ ਕੋਈ ਜ਼ਿਆਦਾ ਵਿਸਥਾਰ ਨਹੀਂ ਹੈ। ਪਰ ਤੀਸਰਾ ਅਰਥ ਜਿਹੜਾ ਉਹ ਜਗਿਆਸੂ ਪ੍ਰਤੀ ਕਥਨ ਕਰਦੇ ਨੇ। ਸੁਣੋ ਜੀ। ਹੁਕਮੀ ਹੋਵਨ ਆਕਾਰ, ਹੁਕਮ ਨ ਕਹਿਆ ਜਾਏ। ਜੋ ਜਗਿਆਸੂ ਸਤਿਗੁਰੂ ਦੇ ਹੁਕਮ ਨੂੰ ਮੰਨਦੇ ਹੈ, ਭਾਵ ਉਪਦੇਸ਼ ਨੂੰ ਗ੍ਰਹਿਣ ਕਰਦੇ ਨੇ, ਹੁਕਮੀ ਵਾਹਿਗੁਰੂ ਦੇ ਪਰਮੇਸ਼ਰ ਦੇ ਹੁਕਮ ਮੰਨਣੇ ਕਰਕੇ ਵਾਹਿਗੁਰੂ ਦਾ ਆਕਾਰ ਕਹੀਏ ਸਰੂਪ ਹੀ ਹੋਵਨ ਹੋ ਜਾਂਦੇ ਨੇ। ਸਰੀਰ ਦੇ ਹੁੰਦਿਆਂ ਹੋਈ ਪਰਮੇਸ਼ਰ ਦਾ ਸਰੂਪ ਇਉਂ ਬਣ ਜਾਂਦੇ ਨੇ ਜਿਵੇਂ ਘੜਾ ਪਾਣੀ ਦਾ ਭਰਿਆ ਹੋਵੇ, ਉਹਨੂੰ ਆਪਾਂ ਪਾਣੀ ਦੇ ਵਿੱਚ ਰੱਖ ਦਈਏ, ਪਾਣੀ ਦਾ ਰੂਪ ਵੀ ਹੋ ਗਿਆ ਉਹ, ਪਰ ਅਜੇ ਘੜਾ ਹੈ, ਘੜੇ ਦੇ ਵਿੱਚ ਵੀ ਹੈ ਪਾਣੀ। ਇਹਨੂੰ ਤਾਂ ਕਹਿੰਦੇ ਜੀਵਨ ਮੁਕਤ ਹੋ ਗਿਆ। ਇਹ ਤਾਂ ਹੈ ਇਸ ਤਰ੍ਹਾਂ ਹੀ। ਇੱਕ ਹੁੰਦਾ ਵੀ ਸਮੁੰਦਰ ਦੇ ਕਿਨਾਰੇ ਜਾ ਕੇ ਘੜਾ ਇਹਦੇ ਡੰਡਾ ਮਾਰਿਆ, ਘੜਾ ਫੁੱਟ ਗਿਆ, ਤੇ ਪਾਣੀ ਜਿਉਂ ਜਲ ਮੇ ਜਲ ਆਈ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਇਹ ਹੈਗੀ ਬਦੇ ਮੁਕਤੀ। ਇਹ ਦੋਨੋਂ ਪ੍ਰਕਾਰ ਦੀ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਤੇ ਮਹਾਰਾਜ ਸਾਹਿਬ ਕਹਿੰਦੇ ਐਸਾ ਜਿਹੜਾ ਪਰਮੇਸ਼ਰ ਵਾਹਿਗੁਰੂ, ਉਹ ਘੜੇ ਦੀ ਨਹੀਂ, ਜਿਵੇਂ ਉਹਦਾ ਸਰੂਪ ਹਰ ਕਾ ਸੇਵਕ ਸੋ ਹਰ ਜਿਹਾ, ਜਿਉਂ ਜਲ ਮੇ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਜਿਉਂ ਜਲ ਮਹਿ ਪੈਸ ਨ ਨਿਕਸੈ, ਤਿਉਂ ਢੁੜ ਮਿਲਿਓ ਜੁਲਾਹੋ।
ਹਰ ਹਰ ਜਨ ਦੁਇ ਏਕ ਹੈ ਵੀ ਵਿਚਾਰ ਕੁਛ ਨਾ ਹੈ ਜਲ ਤੇ ਉਤਰੰ ਕਿਉਂ ਜਲ ਹੀ ਵਿਖੇ ਸਮਾਏ। ਹੁਕਮ ਕਹਿਆ ਇਹਦੇ ਅਨਮੇਰਿਤ ਹੈ। ਵੇਦਾਂ ਸ਼ਾਸਤਰਾਂ ਨੇ ਪਰਮੇਸ਼ਰ ਦਾ ਹੁਕਮ ਕਿਹਾ ਹੈ। ਕੀ ਕਿਹਾ? ਕਿ ਜਗਿਆਸੂ ਬ੍ਰਹਮ ਗਿਆਨੀ ਬਣ ਕੇ ਕਰਮਾਂ ਦੇ ਫਲ ਨੂੰ ਭੋਗਣ ਵਾਸਤੇ ਕਿਸੇ ਜੂਨ ਵਿੱਚ ਨਾ ਜਾਈ ਨਹੀਂ ਜਾਂਦਾ। ਕੀ ਹੋ ਜਾਂਦਾ ਹੈ? ਅਵਿਨਾਸ਼ੀ ਦਾ ਰੂਪ ਹੋ ਜਾਂਦਾ ਹੈ। ਤੋ ਇਸ ਪ੍ਰਕਾਰ ਇਉਂ ਕਥਨ ਕੀਤਾ ਹੈ ਜੇ ਹੁਕਮੀ ਹੋਵਨ ਜੀਅ ਹੁਕਮ ਮਿਲੈ ਵਡਿਆਈ। ਉਹਨਾਂ ਬ੍ਰਹਮ ਵੇਦਿਆਂ ਨੇ ਜਾਣਿਆ ਕਿ ਪਰਮੇਸ਼ਰ ਦੇ ਹੁਕਮ ਵਿੱਚ ਚੱਲਣ ਕਰਕੇ ਜੀਵ ਚੇਤਨ ਦਾ ਰੂਪ ਹੋਵਨ ਕੀ ਹੁੰਦਾ ਹੈ, ਬਣ ਜਾਂਦਾ ਹੈ। ਇਉਂ ਜੁਗਾਸੂ ਨੇ ਨਿਸ਼ਚੈ ਕੀਤਾ ਕਿ ਪਰਮੇਸ਼ਰ ਦਾ ਹੁਕਮ ਮੰਨਣ ਕਰਕੇ ਬ੍ਰਹਮ ਗਿਆਨ ਬ੍ਰਹਮ ਵਿਦਿਆ ਇਹਦੀ ਵਡਿਆਈ ਮਿਲਦੀ ਹੈ। ਹੁਕਮ ਮਿਲੇ ਵਡਿਆਈ। ਇਹ ਸਭ ਨਾਮ ਦਾ ਹੀ ਪ੍ਰਤਾਪ ਹੈ। ਤਿੰਨ ਮੁਕਟ ਕੇ ਨਿਕਲ ਹੈ ਜਿਨ ਮਨ ਸੱਚਾ ਨਾਮ। ਪ੍ਰਤਾਪ ਨਾਮ ਦਾ ਹੈ, ਨਾਮ ਤੋਂ ਬਿਨਾਂ ਕੁਛ ਨਹੀਂ ਹੈ। ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੈ। ਪਰਮੇਸ਼ਰ ਦੇ ਹੁਕਮ ਦੇ ਅੰਦਰ ਨੀਚ ਪੁਰਸ਼ ਜੋ ਨੀਚ ਕਰਮ ਕਰਨ ਵਾਲੇ ਨੇ, ਕਰਮਾਂ ਕਰਕੇ ਨੀਚ ਨੇ ਜਿਹੜੇ, ਉਹ ਉੱਤਮ ਪੁਰਖ ਬਣ ਜਾਂਦੇ ਨੇ। ਉਹਨਾਂ ਦੇ ਨੀਚ ਮੰਦ ਕਰਮ ਛੁੱਟ ਜਾਂਦੇ ਨੇ ਮਹਾਂਪੁਰਖਾਂ ਦੀ ਸੰਗਤ ਕਰਕੇ। ਉੱਤਮ ਸਤ ਸੰਤੋਖ ਆਦਿ ਜਿਹੜੇ ਗੁਣ ਨੇ ਇਹ ਪ੍ਰਾਪਤ ਹੋ ਜਾਂਦੇ ਨੇ। ਤੇ ਜਿਸ ਕਰਕੇ ਨਾ ਕਰਮਾਂ ਦੇ ਵਿੱਚ ਦੁੱਖ ਪਾਉਣਾ ਲਿਖਿਆ ਹੋਵੇ ਤੇ ਉਹ ਅਧਿਕਾਰੀ ਪ੍ਰੇਮੀ ਗੁਰਸਿੱਖ ਸਤਿਗੁਰੂ ਦਾ ਹੁਕਮ ਮੰਨ ਕੇ ਜੰਮਣ ਮਰਨ ਦੇ ਦੁੱਖ ਦੀ ਨਿਮਿਰਤੀ ਆਤਮੇ ਆਨੰਦ ਦੇ ਸੁੱਖ ਨੂੰ ਪ੍ਰਾਪਤ ਹੋ ਜਾਂਦੇ ਨਾ, ਤੇ ਦੁੱਖ ਨਹੀਂ ਮਿਲਦਾ। ਸੂਲੀ ਤੋਂ ਸੂਲ ਕਰ ਦਿੰਦੇ ਨੇ ਮਹਾਰਾਜ। ਗੁਰੂ ਨਾਨਕ ਸਾਹਿਬ ਦੀ ਸਾਖੀ ਹੈ। ਸੋ ਇਸ ਕਰਕੇ ਦੱਸਦੇ ਨੇ ਜੇ ਇਕ ਨਾ ਹੁਕਮ ਹੀ ਬਖਸ਼ੀਸ ਇੱਕ ਹੁਕਮ ਹੀ ਸਦਾ ਭਵਾਈਐ ਹੈ। ਜਿਹੜੇ ਜਗਿਆਸੂ ਅਧਿਕਾਰੀਆਂ ਨੂੰ ਮਹਾਰਾਜ ਸਾਹਿਬ ਦੇ ਹੁਕਮ ਦੇ ਵਿੱਚ ਜਿਹੜੇ ਚੱਲਦੇ ਨੇ, ਉਹਨਾਂ ਨੂੰ ਬ੍ਰਹਮ ਵਿਦਿਆ ਦੀ ਬਖਸ਼ਿਸ਼ ਪ੍ਰਾਪਤ ਹੋ ਜਾਂਦੀ ਹੈ। ਇੱਕ ਅਧਿਕਾਰੀ ਗੁਰਮੁਖ ਜਨਾਂ ਨੂੰ ਹੁਕਮ ਦੇ ਵਿੱਚ ਲਾ ਕੇ ਸਦਾ ਕੀ ਇਹ ਹਮੇਸ਼ਾ 5 ਬਿਰਤੀਆਂ ਹਨ, ਪ੍ਰਮਾਣ ਵਿਪਰਜੈ ਨਿੰਦਰਾ ਸਿਮਰਤੀ ਵਿਕਲਪ। ਇਹ ਵਿਸ਼ਿਆਂ ਵੱਲੋਂ ਭਵਾਈ ਹੈ, ਮੋੜ ਲੈਂਦੇ ਆ। ਅੰਤਰਮੁਖ ਬਿਰਤੀ ਕਰ ਲੈਂਦੇ ਨੇ, ਮਨ ਨੂੰ ਸੰਸਾਰ ਵੱਲੋਂ ਮੋੜ ਲੈਂਦੇ ਨੇ। ਉਹਨਾਂ ਦੀ ਅਵਸਥਾ ਕੀ ਹੋ ਜਾਂਦੀ ਹੈ? ਮਨ ਸਾਈ ਮੁਖੋਚਰਾਂ ਬੱਤਾ ਹਬੇ ਲੋ ਨਾਨਕ ਹਬ ਅਡੰਬਰ ਕੂੜਿਆਂ ਸੁਣ ਜੀਵਾਂ ਸੱਚੀ ਸੋਏ। ਇਹ ਉਹਨਾਂ ਦੀ ਅਵਸਥਾ ਹੋ ਜਾਂਦੀ। ਤੇ ਇਸ ਪ੍ਰਕਾਰ ਦੀ ਇਹ ਕਥਨ ਕੀਤੀ ਹੈ। ਹੁਕਮੈ ਅੰਦਰ ਸਭ ਕੋ ਵਾਹਰ ਹੁਕਮ ਨਾ ਕੋਏ। ਉਹਨਾਂ ਜਗਿਆਸੂਆਂ ਦੇ ਸਭ ਸਾਰੇ ਹੀ ਕੋਦ ਅਰਥ ਕੋਈ ਭਾਵ, ਕੋਈ ਕੀ ਮਨ ਇੰਦਰੇ ਪ੍ਰਾਣ ਬਿਰਤੀਆਂ ਹੁਕਮ ਵਿੱਚ ਚੱਲਦੇ। ਉਹਨਾਂ ਨੇ ਇਹ ਵੀ ਜਾਣ ਲਿਆ ਕਿ ਜਿੰਨਾ ਵੀ ਸਾਰਾ ਸੰਸਾਰ ਹੈ ਵਾਹਿਗੁਰੂ ਦੇ ਹੁਕਮ ਵਿੱਚ ਹੀ ਹੈ। ਉਹਨਾਂ ਜਗਿਆਸੂਆਂ ਦੇ ਹੁਕਮ ਤੋਂ ਬਾਹਰ ਕੋਈ ਵੀ ਇੰਦਰਾ ਹਰਿਆਏ ਪਸ਼ੂ ਵਾਂਗੂ ਅਮੋੜ ਨਹੀਂ ਹੈ ਕਿ ਅੱਖਾਂ ਆਪਣੀ ਮਰਜ਼ੀ ਨਾਲ ਸੂਪ ਨੂੰ ਗ੍ਰਹਿਣ ਕਰ ਲੈਣ, ਕੰਨ ਨਿੰਦਿਆ ਸੁਣ ਲੈਣ। ਨਹੀਂ, ਉਹਦੇ ਹੁਕਮ ਦੇ ਵਿੱਚ ਫਿਰ ਇਹਨੇ ਭਾਈ ਹੁਕਮੇ ਅੰਦਰ ਸਭ ਕੁਝ, ਸਾਰੇ ਉਹਦੇ ਇੰਦਰੇ ਉਹਦੇ ਹੁਕਮ 'ਚ ਹੋ ਗਏ। ਕੋਈ ਵੀ ਦੇਹ ਦਾ ਇੰਦਰਾ ਹੁਕਮ ਤੋਂ ਬਾਹਰ ਨਹੀਂ ਹੈ। ਸਾਡਾ ਮਨ ਵੀ ਸਾਡੇ ਵਸ ਨਹੀਂ, ਸਾਡੇ ਅੱਖਾਂ ਤੇ ਕੰਨ ਜ਼ਬਾਨ ਇਹ ਵੀ ਸਾਡੇ ਵਸ। ਕਹਿੰਦੇ ਫਲਾਣਿਆਂ ਤੈਨੂੰ ਜ਼ਬਾਨ ਬਸ ਕਰ ਤੂੰ, ਮਤਲਬ ਇਹ ਕੋਈ ਗੱਲ ਹੈ ਨਾ। ਤੇ ਜਿਹੜਾ ਸ਼ਰਾਰਤੀ ਉਹਨੂੰ ਕਹਿੰਦੇ ਉਹ ਕਿੱਧਰ ਨੂੰ ਝਾਕਦਾ ਤੂੰ, ਅੱਖਾਂ ਬਸ ਕਰ ਆਪਣੀਆਂ, ਨੇਤਰੀ ਸਤਿਗੁਰੂ ਪੇਖਣਾ, ਇਹ ਬਸ ਕਰਨ ਦੀ ਬਾਤ ਹੈ। ਤੋ ਉਹਨਾਂ ਜਗਿਆਸੂਆਂ ਦੇ ਗੁਰਸਿੱਖਾਂ ਦੇ ਭਾਈ ਇਉਂ ਇਹ ਬਸ ਹੋ ਜਾਂਦੇ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਨਾਨਕ ਹੁਕਮੈ ਜੇ ਬੁੱਝੈ ਤਾ ਹਉਮੈ ਕਹੈ ਨਾ ਕੋਏ। ਹੁਕਮ ਕੀ ਹੈ? ਇੱਕ ਓੰਕਾਰ ਸਤਨਾਮ, ਇਹ ਹੁਕਮ ਹੀ ਹੈ। ਵਾਹਿਗੁਰੂ ਮੂਲ ਮੰਤਰ, ਇਹ ਹੁਕਮ ਹੀ ਹੈ ਵੀ ਜਪੋ। ਔਰ ਉਸ ਵਾਹਿਗੁਰੂ ਨੇ ਕਿ ਉਹ ਜਿਹੜਾ ਵਾਹਿਗੁਰੂ ਹੈ ਨਾ ਪਰਮੇਸ਼ਰ, ਉਹਦੇ ਤੇ ਕਿਸੇ ਦਾ ਹੁਕਮ ਨਹੀਂ ਹੈ। ਉਹਦੇ ਸਰੂਪ ਵਿੱਚ ਓੰਕਾਰ ਜਿਹੜਾ ਪਦ ਵੀ ਹੈ ਨਾ, ਇਹ ਵੀ ਕਲਪਤ ਰੂਪ ਹੈ। ਉਹ ਸੁੱਧ ਬ੍ਰਹਮ ਹੈ। ਓੰਕਾਰ ਆਦ ਲਿਖਿਆ ਹੈ ਨਾ, ਉਹ ਓੰਕਾਰ ਦਾ ਵੀ ਆਦਿ ਹੈ। ਉਹ ਬ੍ਰਹਮ ਦੇ ਵਿੱਚ ਇਹ ਵੀ ਸਭ ਕਲਪਤ ਰੂਪ ਹੀ ਕਰਕੇ ਹੈ। ਹੰਗਤਾ ਮਮਤਾ ਫਿਰ ਜੇ ਉਹਨੂੰ ਜਾਣ ਲਵੇ ਹੁਕਮ ਨੂੰ, ਪਰਮੇਸ਼ਰ ਨੂੰ, ਤਾਂ ਫਿਰ ਹੰਗਤਾ ਮਮਤਾ ਨਹੀਂ ਕਰਦਾ। ਕੀ ਹੋ ਜਾਂਦਾ? ਬ੍ਰਹਮ ਰੂਪ ਹੋ ਜਾਂਦਾ ਹੈ। ਬ੍ਰਹਮ ਰੂਪ ਹੋਣ ਕਰਕੇ ਉਹਦੀ ਹੰਗਤਾ ਮਮਤਾ ਨਹੀਂ ਰਹਿੰਦੀ। ਫਿਰ ਜਗਿਆਸੂ ਨਿਹਾਲ ਹੋ ਜਾਂਦਾ ਹੈ। ਤੇ ਹਉਮੈ ਜਿਹੜੀ ਹੈ ਅਸਲ ਦੇ ਵਿੱਚ ਇਹ ਸਾਨੂੰ ਵਾਹਿਗੁਰੂ ਤੋਂ ਦੂਰ ਕਰਨ ਵਾਲਾ
ਸਭ ਤੋਂ ਵੱਡਾ ਹਉਮੈ ਤਤ ਹੀ ਹੈ। ਹਉਮੈ ਕਰੀ ਤਾਂ ਤੂੰ ਨਾਹੀਂ, ਤੂੰ ਹੋਵੇ ਹਉ ਨਾਹੀਂ, ਬੁੱਝੋ ਗਿਆਨੀ ਬੁੱਝਣਾ ਇਕਤ ਕਥਾ ਮਨ ਹੈ। ਸੂਖਮ ਰੂਪ ਹੋ ਕੇ ਤਾਂ ਦੇਖੋ ਸਾਰਿਆਂ ਦੇ ਵਿੱਚ ਹੈ। ਮੁਕੰਮਲ ਤੌਰ 'ਤੇ ਹਉਮੈ ਮਿਟ ਗਈ ਬ੍ਰਹਮ ਗਿਆਨੀ ਦੀ, ਅਤੇ ਉਹ ਫਿਰ ਬ੍ਰਹਮ ਰੂਪ ਹੋ ਜਾਂਦਾ। ਨਾਨਕ ਹੁਕਮੈ ਜੇ ਹੁਕਮ ਨੂੰ ਜਾਣ ਕੇ ਫਿਰ ਹੰਗ ਤਾਂ ਨੇੜੇ ਨਹੀਂ ਆ ਸਕਦੀ। ਮੁਕੰਮਲ ਤੌਰ 'ਤੇ ਹੁਕਮ ਮੰਨ ਲਿਆ, ਸਿਰ 'ਤੇ ਆਰਾ ਚੱਲਿਆ, 2 ਫਾੜ ਹੋ ਗਏ, ਅਤੇ ਹੰਗ ਤਾਂ ਨੇੜੇ ਨਹੀਂ ਆਈ ਹੈਗੀ, ਹਉਮੈ ਆਈ ਨਹੀਂ ਨੇੜੇ। ਬੰਦ ਕੱਟਿਆ ਗਿਆ, ਨੀਹਾਂ 'ਚ ਖੜ੍ਹ ਗਏ ਬਾਬਾ ਫਤਿਹ ਸਿੰਘ ਸਾਹਿਬ, ਬਾਬਾ ਜ਼ੋਰਾਵਰ ਸਿੰਘ ਸਾਹਿਬ, ਹੰਗ ਤਾਂ ਨੇੜੇ ਨਹੀਂ ਆਈ। ਖੋਪੜ ਲੈ ਗਈ, 22 ਦਿਨ ਭਾਈ ਤਾਰੂ ਸਿੰਘ ਜਿਉਂਦਾ ਰਿਹਾ, 22 ਦਿਨ ਖੋਪੜ ਲਹੇ ਤੋਂ, ਹੰਗ ਤਾਂ ਨੇੜੇ ਨਹੀਂ ਆਈ। ਹਉਮੈ ਕਹੇ ਨਾ ਕੋਈ, ਉਹ ਬ੍ਰਹਮ ਦਾ ਰੂਪ ਹੋ ਗਏ। ਅਤੇ ਕਿਹਦੇ ਕਿੰਨਿਆਂ ਦਾ ਦੇਗ 'ਚੋਂ ਵਾਲੇ ਗਏ, ਰੂਹ ਨਾਲ ਬੰਨ੍ਹ ਕੇ ਸ਼ਹੀਦ ਕੀਤੇ ਗਏ, ਸਿਰ ਧੜ ਵੱਖਰਾ ਹੋ ਗਿਆ, ਪਰ ਹਉਮੈ ਨਹੀਂ। ਖਾਲਸਾ ਹੰਗਤਾ ਵਿੱਚ ਆ ਕੇ ਨਹੀਂ ਲੜਦਾ, ਬੀਰਸ ਵਿੱਚ ਆ ਕੇ ਲੜਦਾ ਹੈ, ਜਿਹੜਾ ਜੰਗ ਜੁੱਧ ਹੈ। ਤੋ ਇਸ ਕਰਕੇ ਇਹ ਜਿਹੜੀ ਦੂਸਰੀ ਪੌੜੀ ਸੀ, ਹੁਣ ਇਸ ਦਾ ਮੁੱਖ ਭਾਗ, ਯਾਨੀ ਜੋ ਤੁਸੀਂ ਸੁਣਿਆ ਇਹਨੂੰ ਥੋੜ੍ਹੇ ਅੱਖਰਾਂ 'ਚ ਨਿਚੋੜ ਕੀ ਹੈ ਇਹਦਾ, ਜਿਹੜਾ ਯਾਦ ਰਹਿ ਜਾਵੇ ਸਾਰਿਆਂ ਦੇ, ਉਹ ਕੀ ਹੈ ਕਿ ਵਾਹਿਗੁਰੂ ਦਾ ਹੁਕਮ ਕਥਨ ਨਹੀਂ ਕੀਤਾ ਜਾ ਸਕਦਾ। ਲੈ ਕਿੱਡੀ ਵੱਡੀ ਗੱਲ 2 ਅੱਖਰਾਂ 'ਚ ਹੋ ਗਈ। ਇਹਦਾ ਨਿਚੋੜ ਹੈ ਕਿ ਵਾਹਿਗੁਰੂ ਦਾ ਹੁਕਮ ਕਥਨੀ 'ਚ ਨਹੀਂ ਆ ਸਕਦਾ। ਜਿੰਨੇ ਉੱਚੇ ਨੀਵੇਂ ਆਕਾਰ ਨੇ ਸਾਰੇ ਪਰਮੇਸ਼ਰ ਨੇ ਆਪਣੇ ਹੁਕਮ ਵਿੱਚ ਰੱਖੇ ਹੋਏ ਨੇ। ਬ੍ਰਹਮ ਗਿਆਨੀ ਦੇ ਹੁਕਮ ਵਿੱਚ ਹੋ ਜਾਂਦੇ, ਕਿਉਂਕਿ ਬ੍ਰਹਮ ਗਿਆਨੀ ਉਹਦਾ ਰੂਪ ਹੋ ਗਿਆ। ਲਿਖੇ ਹੁਕਮ ਅਨੁਸਾਰ ਦੁੱਖ ਅਤੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਇੱਕ ਸ਼ਰਧਾਵਾਨ ਜਿਹੜੇ ਨੇ ਉਹ ਬਖਸ਼ੇ ਜਾਂਦੇ ਨੇ, ਇੱਕ ਮਨਮੁਖ ਹੁਕਮ ਅਨੁਸਾਰ ਜੂਨਾਂ ਦੇ ਵਿੱਚ ਭਵਾਏ ਜਾਂਦੇ ਨੇ, 84 ਲੱਖ ਜੂਨਾਂ 'ਚ। ਸਭ ਕੋਈ ਪਰਮੇਸ਼ਰ ਦੇ ਹੁਕਮ ਵਿੱਚ ਹੈ, ਕੋਈ ਵੀ ਬਾਹਰ ਨਹੀਂ ਹੈ। ਜੋ ਹੁਕਮ ਨੂੰ ਜਾਣ ਲੈਂਦੇ ਨੇ ਉਹਨਾਂ ਨੂੰ ਹੰਗਤਾ ਮਮਤਾ ਦੇ ਬਚਨ ਕਦੇ ਬੋਲਦੇ ਨਹੀਂ ਹੋ, ਹਉਮੈ ਰਹਿਤ ਹੋ ਕੇ ਮੁਕਤ ਹੋ ਜਾਂਦੇ ਨੇ। ਕਿ ਸਾਨੂੰ ਵੀ ਹੁਕਮ ਮੰਨ ਕੇ ਹੰਗਤਾ ਮਮਤਾ ਤੋਂ ਰਹਿਤ ਹੋਣਾ ਚਾਹੀਦਾ ਹੈ। ਅਤੇ ਇਹਦੇ ਵਿੱਚ ਜਿਹੜੀ ਸਿੱਖਿਆ ਮਹਾਰਾਜ ਨੇ ਦਿੱਤੀ ਹੈ, ਅਤੇ ਕਦੇ ਵੀ ਸਾਨੂੰ ਜੇ ਅਸੀਂ ਗੁਰੂ ਘਰ ਰਹਿੰਦੇ ਹਾਂ, ਭਾਵੇਂ ਆਪਣੇ ਘਰਾਂ 'ਚ ਰਹਿੰਦੇ ਹਾਂ, ਪਰਮਾਤਮਾ ਦਾ ਦਿੱਤਾ ਹੋਇਆ ਸਮਝ ਕੇ ਜਿੰਨਾ ਅੱਗੇ ਭਲਾ ਹੋ ਸਕਦਾ ਹੈ ਦਾਨ ਕਰਮ ਕਰੋ, ਨਾਮ ਜਪੋ ਹਰ ਵੇਲੇ। ਸਵਾਸ ਜਾ ਰਹੇ ਨੇ, ਜ਼ਿੰਦਗੀ ਖਤਮ ਹੋ ਜਾਣੀ ਹੈ, ਅਤੇ ਜੀਵ ਆਤਮਾ, ਮਹਾਂਪੁਰਖ ਦੱਸਦੇ ਸੀ ਕਥਾ 'ਚ, ਕਹਿੰਦੇ ਜਦੋਂ ਪ੍ਰਾਣਾ ਨਿਕਲ ਜਾਂਦੇ ਨਾ, ਕਿ ਪ੍ਰਾਣ ਸੂਖਮ ਸਰੀਰ ਇਹ ਦੇਹ ਤੋਂ ਬਾਹਰ ਚਲਿਆ ਗਿਆ, ਕਹਿੰਦੇ ਕੁਛ ਚਿਰ ਤਾਂ ਇਹੋ ਜਿਹਾ ਹੁੰਦਾ ਬੇਹੋਸ਼ ਹੋ ਜਾਂਦਾ, ਉਹਨੂੰ ਕੋਈ ਸੁਰਤ ਨਹੀਂ। ਉਹਨਾਂ 'ਚ ਜਮਦੂਤ ਫਿਰ ਖੜੇ ਰਹਿੰਦੇ ਨੇ। ਹੋਸ਼ ਲਿਆ, ਜਦੋਂ ਹੋਸ਼ ਵਿੱਚ ਆ ਜਾਂਦੇ ਫਿਰ ਫੜ ਕੇ ਲੈਂਦੇ। ਜਦੋਂ ਫੜ ਲਿਆ ਨਾ, ਉਹ ਕਹਿੰਦਾ ਵੀ ਮੈਨੂੰ ਹਾਲੇ ਲੈ ਕੇ ਨਾ ਜਾਇਓ। ਕਹਿੰਦੇ ਕਿਉਂ? ਕਹਿੰਦਾ ਮੈਂ ਦੇਹ ਦੇ ਵਿੱਚ ਰਿਹਾ, ਮੈਂ ਚੰਗੀ ਤਰ੍ਹਾਂ ਦੇਖ ਲਾਂ ਇਹਨੂੰ। ਮਮਤਾ ਦਾ ਮਾਰਿਆ ਦੇਖ ਨਹੀਂ ਦੇਖੀ ਜਾਂਦਾ। ਫਿਰ ਆਲੇ ਦੁਆਲੇ ਰੋ ਰਹੇ ਨੇ ਵੀ ਉਹ ਮੇਰਾ ਫਲਾਨਾ ਵੀ ਰੋ ਰਿਹਾ ਹੈ, ਉਹ ਵੀ ਮੇਰਾ ਰੋ ਰਿਹਾ ਹੈ। ਉਸ ਵੇਲੇ ਨਾ ਫਿਰ ਪਛਤਾਉਂਦਾ ਹੈ, ਨਾਲੇ ਰੋਣ ਲੱਗ ਜਾਂਦਾ ਹੈ। ਕਹਿੰਦਾ ਓਹੋ, ਮਨੁੱਖਾ ਸਰੀਰ ਤਾਂ ਮਿਲਿਆ ਸੀ ਭਜਨ ਕਰਨ ਵਾਸਤੇ, ਇਹ ਜਿਹੜੇ ਹੁਣ ਮੈਨੂੰ ਰੋ ਰਹੇ ਨੇ ਇਹਨਾਂ ਕਰਕੇ ਮੈਂ ਤਾਂ ਗਵਾ ਲਿਆ, ਇਹਨਾਂ ਦੀ ਪਾਲਣਾ ਕਰਦੇ ਨੇ ਗਵਾ ਲਿਆ ਮੈਂ ਤਾਂ, ਮੇਰੇ ਪੱਲੇ ਕੀ ਪਿਆ। ਉਹ ਫਿਰ ਜਮਦੂਤ ਮਾਰਦੇ ਨੇ। ਕਹਿੰਦਾ ਹੁਣ ਸੁਣਿਆ ਕਿਆ ਰਵਾਇਆ, ਮਨ ਅੰਧੇ ਜਨਮ ਗਵਾਇਆ। ਚੱਲ ਅੱਗੇ ਨੂੰ ਹੁਣ ਉੱਥੇ ਲਿਖਿਆ ਹੋਊਗਾ, ਪਛਤਾਉਣਾ ਨਾ ਪਵੇ ਗੁਰਮੁਖੋ, ਨਾ ਮੈਨੂੰ ਨਾ ਤੁਹਾਨੂੰ ਸਮਾਂ ਮਿਲੇ, ਬੰਦਗੀ ਕਰੋ। ਬਸ ਇਹੀ ਕਥਾ ਦਾ ਨਿਚੋੜ ਹੈ। ਦੂਸਰੀ ਪੌੜੀ ਦੇ 114 ਗਰੀਬ ਨਿਵਾਜ ਸਤਿਗੁਰੂ ਜੀ ਨੇ ਅੱਖਰ ਵਰਤੇ ਹੈ ਸਾਰੇ ਸ਼ਬਦਾਂ ਦੇ ਵਿੱਚ। ਆ ਹੁਣ ਇੱਥੇ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।